ਦੋਸਤੋ ਹਾਜ਼ਰ ਇੱਕ ਹੋਰ ਰਿਪੋਰਟ ਲੈ ਕੇ ਤੇ ਅੱਜ ਦੀ ਰਿਪੋਰਟ ਇੱਕ ਖਾਸ ਗੱਲਬਾਤ ਹੋਏਗੀ ਮਹਿਮਾਨ ਦੇ ਨਾਲ ਤੇ ਸਬਬ ਅੱਜ ਦੀ ਰਿਪੋਰਟ ਦਾ ਹੈ ਰਾਜੀਵ ਲੌਂਗੋਵਾਲ ਅਕॉर्ड 20 ਅਗਸਤ ਦਾ ਦਿਨ ਹੈ। ਤਾਰੀਖ 20 ਅਗਸਤ ਹੈ ਤੇ 20 ਅਗਸਤ ਇੱਕ ਅਜਿਹਾ ਦਿਨ ਹੈ ਜਿਸ ਦਿਨ ਇੱਕ ਪਾਸੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਰਹੇ ਨੇ ਉਹਨਾਂ ਦੀ ਬਰਸੀ ਮਨਾਈ ਜਾਂਦੀ ਹੈ ਤੇ ਦੂਸਰੇ ਪਾਸੇ ਰਾਜੀਵ ਗਾਂਧੀ ਦਾ ਜਨਮ ਦਿਹਾੜਾ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਆਉਂਦੇ ਨੇ। ਦੋਵੇਂ ਪਾਸੇ ਦੋਵੇਂ ਧਿਰਾਂ ਦੇ ਲੀਡਰ ਅਕਾਲੀ ਦਲ ਦੇ ਤੇ ਕਾਂਗਰਸ ਦੇ ਆਪਣੇ ਆਪਣੇ ਇਹਨਾਂ ਲੀਡਰਾਂ ਤੇ ਇਹਨਾਂ ਦੀ ਬੜੀ ਵੱਡੀਆਂ ਵੱਡੀਆਂ ਜਿਹੜੀਆਂ ਯੋਗਦਾਨ ਕਹਿ ਲਈਏ ਕੁਰਬਾਨੀ ਕਹਿ ਲਈਏ ਉਸ ਨੂੰ ਯਾਦ ਕਰਦੇ ਨੇ। ਲੇਕਿਨ ਦੋਵੇਂ ਲੀਡਰਾਂ ਦੀ ਜਿਹੜੀ ਭੂਮਿਕਾ ਹੈ ਜੇ ਆਪਾਂ ਉਸ ਨੂੰ ਪੰਜਾਬ ਦੇ ਪੱਖ ਵਿੱਚ ਸਮਝੀਏ ਜੋ ਕਿ ਬੜਾ ਇੰਪੋਰਟੈਂਟ ਸੰਦਰਭ ਹੈ ਇਹ ਦੋਵਾਂ ਲੀਡਰਾਂ ਦੇ ਵਿੱਚ ਦਾ ਜਿਹੜਾ ਹੈ ਕਰਾਰ ਜੁਲਾਈ 1985 ਦੇ ਵਿੱਚ ਹੋਇਆ ਉਹ ਇੱਕ ਬਹੁਤ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਡਾਕੂਮੈਂਟ ਸੀ ਜਿਸ ਨੂੰ ਕਿ ਪੰਜਾਬ ਦੇ ਹਿੱਤਾਂ ਦੇ ਪ੍ਰਤੀ ਇੱਕ ਵਾਅਦਾ ਖਿਲਾਫੀ ਵੀ ਕਰਾਰ ਦਿੱਤਾ ਗਿਆ ਤੇ ਇਹੀ ਕਾਰਨ ਰਿਹਾ ਕਿ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਦੇ ਵਿੱਚ ਸ਼ੇਰਪੁਰ ਪਿੰਡ ਦੇ ਵਿੱਚ ਜਦੋਂ ਪਹੁੰਚਦੇ ਹੈਗੇ ਨੇ ਇੱਕ ਸਮਾਗਮ ਦੇ ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਉਹਨਾਂ ਨੂੰ ਟਾਰਗੇਟ ਕਰਕੇ ਗੋਲੀਆਂ ਮਾਰਤੀਆਂ ਜਾਂਦੀਆਂ ਨੇ। ਇਸ ਘਟਨਾ ਉੱਤੇ ਮੈਂ ਇੱਕ ਰਿਪੋਰਟ ਜਿਹੜੀ ਹੈ ਅਲੱਗ ਬਣਾਈ ਹੈ ਆਪਣੀ ਹਿਟਲਿਸਟ ਸੀਰੀਜ਼ ਦੇ ਤਹਿਤ। ਲੇਕਿਨ ਇਹ ਜਿਹੜਾ ਕਰਾਰ ਸੀ ਇਹ ਬੇਸਿਕਲੀ ਇੱਕ ਕਲਾਈਮੈਕਸ ਹੋਣਾ ਬਣਦਾ ਸੀ ਜੋ ਕਿ ਪੰਜਾਬ ਦੀਆਂ ਬੜੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੀ ਇੱਕ ਪੂਰਤੀ ਵਜੋਂ ਵੇਖਿਆ ਜਾਣਾ ਸੀ। ਲੇਕਿਨ ਅਜਿਹਾ ਹੋ ਨਹੀਂ ਪਾਇਆ। ਜ਼ਿਆਦਾਤਰ ਉਹ ਮੰਗਾਂ ਜੋ ਕਿ ਅਨੰਦਪੁਰ ਸਾਹਿਬ ਮਤੇ ਦੇ ਵਿੱਚ 73 78 ਦੇ ਵਿੱਚ ਕੋਡੀਫਾਈ ਕੀਤੀਆਂ ਗਈਆਂ ਧਰਮ ਯੁੱਧ ਮੋਰਚੇ ਦੇ ਵਿੱਚ ਉਹਨਾਂ ਮੰਗਾਂ ਨੂੰ ਲੈ ਕੇ ਇੱਕ ਬੜੀ ਲੰਬੀ ਚੌੜੀ ਲੜਾਈ ਹੋਈ ਉਹ ਸਾਰੀ ਮੰਗਾਂ ਅੱਧੀਆਂ ਅਧੂਰੀਆਂ ਰਹਿ ਗਈਆਂ ਤੇ ਕਰਾਰ ਦੇ ਵਿੱਚ ਬਹੁਤ ਕਮੀਆਂ ਖਾਮੀਆਂ ਸਨ। ਇਸੀ ਗੁੱਸੇ ਦੇ ਚੱਲਦੇ ਖਾੜਕੂ ਜਥੇਬੰਦੀਆਂ ਨੇ ਸੰਤ ਲੌਂਗੋਵਾਲ ਨੂੰ ਟਾਰਗੇਟ ਕਰਕੇ ਉਹਨਾਂ ਦੀ ਹੱਤਿਆ 20 ਅਗਸਤ 1985 ਨੂੰ ਕੀਤੀ। ਇਸ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਇਲੈਕਸ਼ਨ ਹੋਇਆ, ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣੀ ਤੇ ਉਹ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਵੀ ਪੂਰੇ ਨਹੀਂ ਹੋ ਪਾਏ ਇਸ ਰਾਜੀਵ ਲੌਂਗੋਵਾਲ ਅਕॉर्ड ਦੇ। ਸੋ ਅੱਜ ਇਸ ਅਕॉर्ड ਦੇ ਉੱਤੇ ਵੀ ਗੱਲ ਕਰਾਂਗੇ ਤੇ ਦੋਵੇਂ ਕਿਰਦਾਰਾਂ ਖਾਸ ਕਰਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜਿਹੜੀ ਭੂਮਿਕਾ ਸੀ ਉਹਨਾਂ ਦਾ ਮਨੋਰਥ ਕੀ ਸੀ ਇਸ ਅਕॉर्ड ਨੂੰ ਸਾਈਨ ਕਰਨ ਲਈ, ਕਿਸ ਹਾਲਾਤ ਦੇ ਵਿੱਚ ਇਹ ਅਕॉर्ड ਸਾਈਨ ਕੀਤਾ ਗਿਆ ਤੇ ਕਿੰਨਾ ਅੱਧਾ ਅਧੂਰਾ ਸੀ, ਅਕਾਲੀ ਦਲ ਪ੍ਰਧਾਨ ਵੱਲੋਂ ਅਜਿਹੇ ਅਕॉर्ड ਨੂੰ ਸਾਈਨ ਕਰਨ ਦੀ ਨੌਬਤ ਕਿਉਂ ਆਈ ਤੇ ਫਿਰ ਬਾਅਦ ਦੇ ਵਿੱਚ ਡਿਸਕ੍ਰੈਡਿਟ ਹੋਣ ਤੋਂ ਬਾਅਦ ਉਹਨਾਂ ਨੂੰ ਇਸ ਲਈ ਆਪਣੀ ਜਾਨ ਦੇਣੀ ਪਈ, ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਹਨਾਂ ਦੀ ਹੱਤਿਆ ਕੀਤੀ ਗਈ। ਇਸ ਵਿਸ਼ੇ ਉੱਤੇ ਗੱਲ ਕਰਨਗੇ ਸਾਡੇ ਨਾਲ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਜੋ ਕਿ ਨਿਊ ਜਰਸੀ ਅਮਰੀਕਾ ਤੋਂ ਇੱਕ ਵਾਰ ਫਿਰ ਸਾਡੇ ਨਾਲ ਜੁੜ ਰਹੇ ਨੇ। ਲਾਂਬਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ। ਲਾਂਬਾ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਤੁਹਾਡੇ ਸ਼ੁਰੂਆਤ ਕਰਨੀ ਚਾਹਾਂਗਾ ਕਿ 20 ਅਗਸਤ ਹਰ ਸਾਲ ਆਉਂਦਾ ਤੇ ਇਤਫਾਕ ਦੇ ਨਾਲ ਇੱਕ ਅਜਿਹੀ ਤਾਰੀਖ ਹੁੰਦੀ ਹੈ ਜਿਸ ਦਿਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾਈ ਜਾ ਰਹੀ ਹੁੰਦੀ ਹੈ। ਅਖਬਾਰਾਂ 'ਚ ਅਸੀਂ ਇਸ਼ਤਿਹਾਰ ਵੇਖਦੇ ਹਾਂ ਤੇ ਦੂਸਰੇ ਪਾਸੇ ਦੂਸਰੇ ਇਸ਼ਤਿਹਾਰ ਛਪ ਰਹੇ ਹੁੰਦੇ ਨੇ ਰਾਜੀਵ ਗਾਂਧੀ ਹੋਣਾ ਦੇ ਜਨਮ ਦਿਹਾੜੇ ਨੂੰ ਯਾਦ ਕੀਤਾ ਜਾ ਰਿਹਾ ਹੁੰਦਾ ਹੈ। ਸੋ ਇਹ ਦੋਵਾਂ ਦੇ ਵਿੱਚ ਜਿਹੜਾ ਰਾਜੀਵ ਲੌਂਗੋਵਾਲ ਅਕॉर्ड ਸੀ ਜੋ ਕਿ ਕਰਾਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਰੈਪਰਕਸ਼ਨਸ ਇਸ ਦੇ ਹੋਏ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਜਿਹੜੇ ਖਾੜਕੂ ਜਥੇਬੰਦੀਆਂ ਸਨ ਉਹਨਾਂ ਨੂੰ ਇਹ ਕਰਾਰ ਪ੍ਰਵਾਨ ਨਹੀਂ ਸੀ ਮੰਨਿਆ ਜਾ ਰਿਹਾ ਸੀ। ਪੰਜਾਬ ਦੇ ਹਿੱਤਾਂ ਦੇ ਨਾਲ ਬਹੁਤ ਵੱਡਾ ਧਰੋਹ ਜਿਹੜਾ ਹੈ ਇਸ ਕਰਾਰ ਦੇ ਵਿੱਚ ਕੀਤਾ ਗਿਆ। ਸੋ ਇਸ ਦਿਨ ਨੂੰ ਯਾਦ ਕਿਵੇਂ ਕੀਤਾ ਜਾਏ? ਇੱਕ ਮਿਕਸ ਬੈਗ ਆਫ ਫੀਲਿੰਗਸ ਹੈ ਵਿਜ਼ਾਵੀ ਰਾਜੀਵ ਗਾਂਧੀ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ। ਬਹੁਤ ਹੀ ਅਹਿਮ ਹੈ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਜਦੋਂ ਵੀ ਅਗਸਤ ਆਉਂਦਾ ਹੈ ਜਾਂ 20 ਅਗਸਤ ਆਉਂਦਾ ਹੈ, ਬਲਕਿ ਮੈਂ ਤੇ ਕਹਾਂਗਾ ਕਿ ਜਦੋਂ ਅਗਸਤ ਮਹੀਨਾ ਹੀ ਚੜ੍ਹਦਾ ਹੈ ਤਾਂ ਉਹ ਪੂਰੇ ਪੰਜਾਬੀਆਂ ਲਈ ਇੱਕ ਬਹੁਤ ਜਿਹੜੇ ਜ਼ਖਮ ਹੈਗੇ ਫਿਰ ਕੁਰੇਜ ਜਾਂਦਾ ਹੈ ਕਿ ਅਗਸਤ 1947 ਵਿੱਚ ਤਕਰੀਬਨ 10 ਲੱਖ ਪੰਜਾਬੀਆਂ ਨੇ ਭਾਵੇਂ ਇੱਧਰ ਜਾਂ ਉੱਧਰ ਉਹਨਾਂ ਦੀਆਂ ਜਾਨਾਂ ਗਈਆਂ। ਕਰੋੜਾਂ ਪੰਜਾਬੀਆਂ ਨੂੰ ਹਿਜਰਤ ਕਰਨੀ ਪਈ, ਇੱਧਰੋਂ ਉੱਧਰ ਗਏ, ਉੱਧਰੋਂ ਇੱਧਰ ਆਏ ਔਰ ਪਹਿਲੀ ਵਾਰੀ ਹੋਇਆ ਸ਼ਾਇਦ ਜਿਵੇਂ ਤੁਸੀਂ ਵੀ ਕਈ ਵਾਰ ਗੱਲ ਕਰਦੇ ਹੋ ਕਿ ਕਲੋਜ਼ਰ ਹੋਣੀ ਚਾਹੀਦੀ ਹੈ, ਉਹ ਕਲੋਜ਼ਰ ਜਿਹੜੀ ਆ ਅਕਾਲ ਤਖਤ ਸਾਹਿਬ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸਾਂਝੇ ਤੌਰ ਤੇ, ਨਹੀਂ ਤਾਂ ਬਲੇਮ ਗੇਮ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ। ਪਰ ਜਿੱਥੇ ਤੱਕ ਸਵਾਲ ਪੋਸਟ ਪਾਰਟੀਸ਼ਨ ਦਾ ਹੈਗਾ, ਜਿਹੜਾ ਸਮਝੌਤਾ ਰਾਜੀਵ ਲੌਂਗੋਵਾਲ ਅਕॉर्ड ਦਾ ਹੋਇਆ ਇਹਦੇ ਚ ਮੈਂ 2-3 ਨੁਕਤੇ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਦੇਖੋ ਰਾਜੀਵ ਗਾਂਧੀ ਜਦੋਂ ਪ੍ਰਧਾਨ ਮੰਤਰੀ ਬਣਦੇ ਆ, ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਸਾਰ ਹੀ ਉਹਨਾਂ ਨੇ 3 ਸਮਝੌਤੇ ਕੀਤੇ। ਇਹ ਬਹੁਤ ਅਹਿਮ ਹੈ। ਪਹਿਲਾ ਸਮਝੌਤਾ ਜਿਹੜਾ ਉਹਨਾਂ ਨੇ ਕੀਤਾ ਉਹ 24 ਜੁਲਾਈ 1985 ਨੂੰ ਪੰਜਾਬ ਦਾ ਸਮਝੌਤਾ ਜਿਹਨੂੰ ਰਾਜੀਵ ਲੌਂਗੋਵਾਲ ਅਕॉर्ड ਕਿਹਾ ਜਾਂਦਾ ਹੈ, ਉਹਨਾਂ ਨੇ ਉਹ ਕੀਤਾ। ਅਗਲਾ ਸਮਝੌਤਾ ਜਿਹੜਾ ਹੈ ਉਹਦਾ ਹਸ਼ਰ ਤੁਹਾਡੇ ਸਾਹਮਣੇ ਕੀ ਹੋਇਆ। ਦੂਜਾ ਸਮਝੌਤਾ ਜਿਹੜਾ 30 ਜੂਨ 1986 ਦਾ ਔਰ ਉਹ ਮੀਜ਼ੋ ਅਕॉर्ड ਹੈ ਜਿਹੜਾ ਮੀਜ਼ੋ ਨੈਸ਼ਨਲ ਫਰੰਟ ਲਾਲ ਡੇਂਗਾ ਨਾਲ ਜਿਹੜੇ ਭਾਰਤ ਸਰਕਾਰ ਦੇ ਖਿਲਾਫ ਜਿਨ੍ਹਾਂ ਨੇ ਹਥਿਆਰ ਚੁੱਕੇ ਹੋਏ ਸੀ ਉਹਨਾਂ ਨਾਲ ਸਮਝੌਤਾ ਕੀਤਾ। ਔਰ ਤੀਸਰਾ ਸਮਝੌਤਾ ਅਗਲੇ ਸਾਲ ਯਾਨੀ 3 ਸਾਲਾਂ ਚ ਉਹਨਾਂ ਨੇ 3 ਸਮਝੌਤੇ ਕੀਤੇ। ਤੀਜਾ ਸਮਝੌਤਾ ਕੀਤਾ 29 ਜੁਲਾਈ 1987 ਨੂੰ ਜਿਹੜਾ ਕਿ ਸ਼੍ਰੀਲੰਕਾ ਅਕॉर्ड ਸੀਗਾ।
ਹੁਣ ਇਹਦੇ 'ਚ ਇੱਕ ਚੀਜ਼ ਹੈਗੀ ਹੈ, ਪਹਿਲੇ ਸਮਝੌਤੇ 'ਚ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਦੀ ਕੀਮਤ ਦੇਣੀ ਪਈ, ਔਰ ਜਿਹੜਾ ਅਖੀਰਲਾ ਸਮਝੌਤਾ ਸੀਗਾ ਉਹ 87 ਵਾਲਾ, ਉਹਦੇ ਵਿੱਚ ਰਾਜੀਵ ਗਾਂਧੀ ਨੂੰ ਆਪਣੀ ਕੀਮਤ ਦੇਣੀ ਪਈ, ਜਾਨ ਦੀ ਕੀਮਤ ਦੇਣੀ ਪਈ। ਇੱਕ ਸਮਝੌਤਾ ਜਿਹੜਾ ਉਸ ਵੇਲੇ ਕੀਤਾ ਗਿਆ ਔਰ ਉਹ ਕਾਮਯਾਬ ਹੋਇਆ, ਮਗਰ ਉਹਦੀਆਂ ਕਲੌਜ਼ਸ ਜਿਹੜੀਆਂ ਅਗਰ ਉਹ ਦੇਖੀਆਂ ਜਾਣ ਉਹ ਬਹੁਤ ਹੀ ਮਹੱਤਵਪੂਰਨ ਹੈ। ਜੇ ਸਮਾਂ ਹੋਇਆ ਉਹਦੇ ਤੇ ਇੱਕ ਦੋ ਕਲੌਜ਼ਸ ਵੀ ਦੱਸਣ ਵਾਲੀਆਂ ਹੋਣਗੀਆਂ ਕਿ ਉੱਥੇ ਜੋ ਸਮਝੌਤਾ ਕੀਤਾ ਗਿਆ ਉਹ ਕਿਉਂ ਟਿਕ ਸਕਿਆ। ਹੁਣ ਰਹਿ ਗਈ ਗੱਲ, ਦੇਖੋ ਇਤਨੀ ਕਾਲ ਵਿੱਚ ਸਾਰੇ ਧਿਰਾਂ ਇਤਨੀਆਂ ਕਾਲ ਵਿੱਚ ਲੱਗਦੀਆਂ ਕਿ ਇੱਕ ਤਾਂ ਭਾਰਤ ਸਰਕਾਰ 3 ਸਾਲਾਂ 'ਚ 3 ਸਮਝੌਤੇ ਕਰਦੀ ਹੈ, ਔਰ ਦੂਜੇ ਪਾਸੇ ਜਦੋਂ ਪੰਜਾਬ ਸਮਝੌਤਾ ਕਰਦੇ ਹੈ ਤੇ ਜਿਹੜੇ, ਇੱਕ ਤਾਂ ਪਹਿਲੀ ਗੱਲ ਤਾਂ ਹੈ ਕਿ ਜਿਹੜਾ ਮੀਜ਼ੋ ਅਕੋਰਡ ਸੀ, ਜਿਹੜੀ ਧਿਰਾਂ ਜਦੋਜਹਿਦ ਕਰ ਰਹੀਆਂ ਸੀ, ਖਾੜਕੂ ਲਹਿਰਾਂ ਸੀ, ਖਾੜਕੂ ਜਿਹੜੀਆਂ ਜਥੇਬੰਦੀਆਂ ਸੀ, ਉਹਨਾਂ ਦੇ ਨਾਲ ਸਮਝੌਤਾ ਹੋਇਆ। ਦੂਜਾ ਜਿਹੜਾ ਜਿਹੜਾ ਅਕੋਰਡ ਹੋਇਆ ਉਹਦੇ ਵਿੱਚ ਵੀ ਇੱਕ ਜਿਹੜੀਆਂ ਧਿਰਾਂ ਲੜ ਰਹੀਆਂ ਸੀ ਉਹਨਾਂ ਨੂੰ ਇੱਕ ਪਾਸੇ ਰੱਖ ਦਿੱਤਾ ਗਿਆ ਤੇ ਸ੍ਰੀਲੰਕਾ ਗਵਰਨਮੈਂਟ ਨਾਲ ਸਮਝੌਤਾ ਹੋਇਆ। ਪੰਜਾਬ ਦੇ ਵਿੱਚ ਵੀ ਜਿਹੜੇ ਅਕਾਲੀ ਦਲ ਦਾ ਤੇ ਕੋਈ ਲੜਾਈ ਹੋਈ ਨਹੀਂ, ਉਹ ਤੇ ਪੀਸਫੁਲ ਤਰੀਕੇ ਨਾਲ ਲੜ ਰਹੇ ਸੀਗੇ। ਜਿਹੜੀਆਂ ਧਿਰਾਂ ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਕਿ ਜੰਗ ਲੜ ਰਹੇ, ਜੰਗ ਕੀਤੀ ਹੈ, ਜੰਗ ਸ਼ੁਰੂ ਹੋਈ ਹੈ, ਉਹਨਾਂ ਦੀ ਨਾ ਸ਼ਮੂਲੀਅਤ ਹੋਈ, ਨਾ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਸਮਝੌਤਾ ਲੌਂਗੋਵਾਲ ਨਾਲ। ਹੁਣ ਲੌਂਗੋਵਾਲ ਨਾਲ ਵੀ ਜਦੋਂ ਸਮਝੌਤਾ ਕੀਤਾ ਜਾਂਦਾ ਹੈ, ਜਿਹੜਾ ਅਕਾਲੀ ਦਲ ਇਸ ਤੋਂ ਪਹਿਲੇ 24-25 ਮੀਟਿੰਗਾਂ ਅਕਾਲੀ ਦਲ ਦੇ ਲੀਡਰ ਭਾਰਤ ਸਰਕਾਰ ਦੇ ਨੁਮਾਇੰਦਿਆਂ ਨਾਲ ਕਰ ਚੁੱਕੇ ਸੀ, ਉਹਨਾਂ ਨੂੰ ਬਿਲਕੁਲ ਸ਼ਾਮਲ ਨਹੀਂ ਕੀਤਾ ਗਿਆ। ਅਖੀਰਲੇ ਦਿਨ ਆਲ ਆਫ ਏ ਸਡਨ, ਕਿਉਂਕਿ ਕੁਝ ਦਿਨ ਪਹਿਲੇ ਹੀ ਸੰਤ ਹਰਚੰਦ ਸਿੰਘ ਲੌਂਗੋਵਾਲ ਜਦੋਂ ਜਲੰਧਰ ਆਏ, ਉਹਨਾਂ ਨੂੰ ਪੁੱਛਿਆ ਕਿ ਤੁਸੀਂ ਰਾਜੀਵ ਗਾਂਧੀ ਨੂੰ ਮਿਲੋਗੇ, ਉਹਨਾਂ ਦਾ ਕਹਿਣਾ ਸੀ ਕਿ ਉਹ ਟੈਰਰਿਸਟ ਹੈ, ਮੈਂ ਨਹੀਂ ਮਿਲਾਂਗਾ, ਮੈਂ ਨਹੀਂ ਗੱਲ ਕਰ ਸਕਦਾ। ਮਗਰ ਅਚਾਨਕ ਹੀ ਨਜ਼ਰ ਆਇਆ ਕਿ ਉਹ ਟੀਵੀ ਦੇ ਉੱਤੇ ਨਜ਼ਰ ਆ ਗਏ, ਅਖਬਾਰਾਂ 'ਚ ਖਬਰਾਂ 'ਚ ਆ ਗਈਆਂ ਕਿ ਜੀ ਸਮਝੌਤਾ ਹੋ ਗਿਆ। ਔਰ ਵੱਡੀ ਗੱਲ ਇਹ ਹੈ ਕਿ ਉਸ ਸਮਝੌਤੇ ਦੇ ਉੱਤੇ ਨਾ ਤਾਂ ਨਿੱਠ ਕੇ ਕਦੀ ਗੱਲ ਕੀਤੀ, ਨਾ ਕਲੌਜ਼ਸ ਦੱਸੀਆਂ ਗਈਆਂ, ਨਾ ਕੁਝ ਕੀਤੀਆਂ ਗਈਆਂ। ਇਹ ਹੋ ਗਿਆ ਕਿ ਜੀ ਅਸੀਂ ਸਮਝੌਤਾ ਕਰ ਆਇਆ। ਇਹ ਠੀਕ ਹੈ, ਸਾਡਾ ਜਿਹੜਾ ਅਕਾਲੀ ਦਲ ਦਾ ਇੱਕ ਇਤਿਹਾਸ ਰਿਹਾ ਹੈ, ਜਿਹੜਾ ਵੀ ਮੋਰਚੇ ਨੂੰ ਲੀਡ ਕਰਦਾ ਹੈ, ਜਥੇਦਾਰ ਹੁੰਦਾ, ਉਹਨੂੰ ਇਹ ਡਿਕਟੇਟਰ ਕਹਿ ਕੇ ਬੜਾ ਖੁਸ਼ ਹੁੰਦੇ ਹੈ। ਲੌਂਗੋਵਾਲ ਮੋਰਚਾ ਡਿਕਟੇਟਰ ਸੀ, ਪਰ ਇੱਥੇ ਡਿਕਟੇਟਰਸ਼ਿਪ ਨਹੀਂ ਚੱਲਦੀ, ਭਾਵੇਂ ਨਾ ਕਰਕੇ ਡਿਕਟੇਟਰ ਸੀ, ਪਰ ਅਗਰ ਇਸ ਕੌਮ ਨੂੰ ਕੋਈ ਡਿਕਟੇਟਰ ਹੋ ਕੇ ਚਲਾਉਣਾ ਚਾਹੇਗਾ ਤੇ ਉਹ ਨਹੀਂ ਚੱਲ ਸਕਦੀ, ਔਰ ਉਹਦਾ ਨਤੀਜਾ ਇਹੀ ਨਿਕਲਿਆ। ਜੀ ਲਾਮਾ ਜੀ, ਇੱਥੇ ਇੱਕ ਹੋਰ ਸਵਾਲ ਹੈ ਕਿ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਸੀ, ਉਹਦੀਆਂ ਜਿਹੜੀਆਂ ਮੰਗਾਂ ਸੀ, ਉਹ ਬੇਸਿਕਲੀ ਧਰਮ ਯੁੱਧ ਮੋਰਚਾ ਜੋ ਕਿ ਲਾਂਚ ਹੁੰਦਾ, ਜਿਸ ਦੀ ਅਗਵਾਈ ਫਿਰ ਫਾਈਨਲੀ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਕੀਤੀ। ਇਹ ਮੋਰਚਾ ਅਕਾਲੀ ਦਲ ਦੇ ਪ੍ਰਧਾਨ ਦੀ ਰਹਿਨੁਮਾਈ ਹੇਠ ਜਾਂ ਉਹਨਾਂ ਦੀ ਲੀਡਰਸ਼ਿਪ ਹੇਠ ਪੂਰਾ ਦਾ ਪੂਰਾ ਵਿੱਢਿਆ ਗਿਆ, ਜਿਸ ਦਾ ਐਂਟੀ ਕਲਾਈਮੈਕਸ ਕਹਿ ਲਓ, ਇੱਕ ਬਲੱਡੀ ਕਲਾਈਮੈਕਸ ਕਹਿ ਲਓ, ਉਹ ਸੀ ਆਪਰੇਸ਼ਨ ਬਲੂ ਸਟਾਰ, ਜਿਸ ਵਿੱਚ ਜਿਹੜਾ ਖੂਨ ਖਰਾਬਾ ਹੋਇਆ। ਉਸ ਤੋਂ ਬਾਅਦ ਜਿਹੜੀ ਪ੍ਰਧਾਨਗੀ ਸੀ ਅਕਾਲੀ ਦਲ ਦੀ, ਉਹ ਬਰਕਰਾਰ ਰਹਿੰਦੀ ਹੈ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਇਸ ਤਰੀਕੇ ਨਾਲ ਇੱਕ ਸਮਝੌਤਾ ਕਰ ਲੈਂਦੇ ਆ। ਲੇਕਿਨ ਇਹ ਸਮਝ ਵਿੱਚ ਆਇਆ 1985 ਦੇ ਵਿੱਚ ਬਿਹਾਈਂਡ ਦ ਸੀਨ ਕਈ ਹੋਰ ਤਾਕਤਾਂ ਕੰਮ ਕਰ ਰਹੀਆਂ ਸਨ, ਜਿਨ੍ਹਾਂ ਦੇ ਵਿੱਚੋਂ ਅਰਜੁਨ ਸਿੰਘ ਦਾ ਰੋਲ ਸੀ, ਤੇ ਪੰਜਾਬ ਦੀਆਂ ਜਿਹੜੀਆਂ ਅਕਾਲੀ ਦਲ ਹੋਵੇ ਜਾਂ ਫਿਰ ਕਾਂਗਰਸ ਹੋਵੇ, ਯਾਨੀ ਕਿ ਉਹ ਲੀਡਰ ਜਿਨ੍ਹਾਂ ਨੂੰ ਮੰਨਿਆ ਜਾਂਦਾ ਸੀ ਪੰਜਾਬ ਦੇ ਮਸਲੇ ਨੂੰ ਸੁਲਝਾ ਨਹੀਂ ਪਾਏ ਨੇ। ਹੁਣ ਜੇ ਦਰਬਾਰਾ ਸਿੰਘ ਜਾਂ ਜਿਹੜੇ ਬੂਟਾ ਸਿੰਘ ਵਰਗੇ ਜਾਂ ਗਿਆਨੀ ਜ਼ੈਲ ਸਿੰਘ ਵਰਗੇ ਲੀਡਰ ਸੀ, ਇਹ ਵੀ ਪਿਕਚਰ ਚੋਂ ਬਾਹਰ ਰੱਖੇ ਗਏ, ਤੇ ਦੂਸਰੇ ਪਾਸੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਤੇ ਟੌੜਾ ਵਰਗੇ ਅਕਾਲੀ ਦਲ ਦੀ ਲੀਡਰਸ਼ਿਪ ਵੀ ਬਾਹਰ ਰਹੀ। ਸੋ ਜਿਹੜਾ ਸਮਝੌਤਾ ਹੋਇਆ ਉਸ ਵਿੱਚ ਫਾਈਨਲੀ ਰਾਜੀਵ ਗਾਂਧੀ ਤੇ ਲੌਂਗੋਵਾਲ ਬੈਠਦੇ ਨੇ, ਤੇ ਕੁਝ ਹੱਦ ਤੱਕ ਸ਼ਾਇਦ ਸੁਰਜੀਤ ਸਿੰਘ ਬਰਨਾਲਾ ਵੀ ਇੰਸਟਰੂਮੈਂਟਲ ਰਹੇ ਹੋਣਗੇ, ਕਿਉਂਕਿ ਬਾਅਦ ਦੇ ਵਿੱਚ ਅਗਲੇ ਮਹੀਨੇ ਉਹਨਾਂ ਨੇ ਚੋਣਾਂ ਤੋਂ ਬਾਅਦ ਜਿੱਤ ਕੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੁੰਦਾ ਹੈ। ਮੈਂ ਇੱਥੇ ਵੀ ਚਾਹਾਂਗਾ ਵੀ ਤੁਸੀਂ ਮੰਗਾਂ ਦੀ ਵੀ ਗੱਲ ਕਰੋ, ਕਿਉਂਕਿ ਇੱਕ ਕੰਕਰੀਟ ਜਿਹੜੀ ਮੰਗ ਇਸ ਸਮਝੌਤੇ ਦੀ ਹੋਰ ਵੀ ਮੰਗਾਂ ਸੀ, ਉਹ ਸੀ ਚੰਡੀਗੜ੍ਹ ਦਾ ਜਿਹੜਾ ਪੰਜਾਬ ਨੂੰ ਦਿੱਤਾ ਜਾਣਾ। 26 ਜਨਵਰੀ 1986 ਦੀ ਡੇਟ ਮੁਕਰਰ ਹੋਈ ਸੀ, ਜੋ ਕਿ ਬਾਅਦ ਦੇ ਵਿੱਚ ਹੋ ਨਹੀਂ ਪਾਇਆ। ਸੋ ਕਿਹੜੀਆਂ ਮੰਗਾਂ ਸੀ ਅਨੰਦਪੁਰ ਸਾਹਿਬ ਮਤੇ ਦੀਆਂ ਜੋ ਕਿ ਇਸ ਸਮਝੌਤੇ ਦੇ ਵਿੱਚ ਐਡ ਹੋ ਪਾਈਆਂ, ਤੇ ਕਿਹੜੀਆਂ ਡਾਇਲੂਟ ਹੋ ਗਿਆ, ਉਹਦੇ ਬਾਰੇ ਥੋੜੀ ਜਾਣਕਾਰੀ ਦਿਓ। ਬਿਲਕੁਲ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਜਿਹੜੇ ਰਵਾਇਤੀ ਅਕਾਲੀ ਲੀਡਰ ਜਿਹੜੇ ਕਿ 1966-67 ਤੋਂ ਚਲੇ ਆ ਰਹੇ ਸੀ, ਉਹਨਾਂ ਸਾਰਿਆਂ ਨੂੰ ਬਿਲਕੁਲ ਦਰਕਿਨਾਰ ਕਰਕੇ, ਪੰਜਾਬ ਦੀ ਬਾਕੀ ਜਨਤਾ ਨੂੰ ਦਰਕਿਨਾਰ ਕਰਕੇ, ਪੰਜਾਬ ਦੀਆਂ ਬਾਕੀ ਪਾਰਟੀਆਂ ਨੂੰ ਦਰਕਿਨਾਰ ਕਰਕੇ, ਔਰ ਬਿਲਕੁਲ ਸਿਰਫ ਜਿਹੜੇ ਕੁਛ ਇੱਕ ਦੋ ਚੁਣੇ ਬੰਦੇ, 2-4 ਬੰਦੇ, ਉਹਨਾਂ ਦੇ ਚ ਕੋਈ ਸੁਰਜੀਤ ਸਿੰਘ ਬਰਨਾਲਾ ਕੋਈ ਬੈਕਗਰਾਉਂਡ ਵਿੱਚ ਨਹੀਂ ਸੀਗੇ, ਉਹ ਬਲਕਿ ਉਸ ਮੀਟਿੰਗਾਂ 'ਚ ਸ਼ਾਮਲ ਹੋਏ, ਉਹਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਹੈਗੀਆਂ, ਉਹ ਵਿੱਚ ਸੀਗੇ। ਇਹਦਾ ਮਤਲਬ 5-7 ਬੰਦਿਆਂ ਨੇ ਪੰਜਾਬ ਦੀ ਹੋਣੀ ਜਿਹੜੀ ਹੈ ਉਹ ਨੀਅਤ ਕਰ ਦਿੱਤੀ। ਔਰ ਇਹ ਸਮਝੌਤਾ ਮੈਂ ਜ਼ਰੂਰ ਬਹੁਤ ਅਹਿਮ ਹੈ ਕਿ ਦੇਖੋ ਜਿਹੜਾ ਸੀਗਾ ਭਾਰਤੀ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰਕੇ 1979 ਦੇ ਵਿੱਚ ਐਮਰਜੈਂਸੀ ਲਗਾਈ ਗਈ ਪੰਜਾਬ,
ਪੰਜਾਬ ਦੇ ਉੱਤੇ, ਸਿਰਫ ਪੰਜਾਬ ਦੇ ਉੱਤੇ। ਔਰ ਉਸ ਦੌਰਾਨ ਇੱਕ ਕਿਸਮ ਦੇ ਇੱਕ ਤਲਵਾਰ ਲਟਕਾ ਕੇ ਇਹ ਜਿਹੜਾ ਸਮਝੌਤਾ ਕੀਤਾ ਗਿਆ, ਯਾਨੀ ਕਿ ਅੰਡਰ ਕੋਅਰਸ਼ਨ ਸੀਗਾ ਇਹ ਸਮਝੌਤਾ, ਕੋਈ ਫ੍ਰੀ ਵਿਲ ਨਾਲ ਨਹੀਂ ਸੀਗਾ। ਸਾਰੀਆਂ ਪਾਰਟੀਆਂ, ਸਾਰੀਆਂ ਧਿਰਾਂ, ਸਾਰੀਆਂ ਕਰ ਲਈਆਂ ਜਾਣ। ਇਸ ਸਮਝੌਤੇ ਦਾ ਪੈਰਲਲ ਦੋ ਮੈਨੂੰ ਨਜ਼ਰ ਆਉਂਦੇ ਆ। ਇੱਕ ਤਾਂ ਸਮਝੌਤਾ ਹੈ ਜਿਵੇਂ ਕਿ 93,000 ਪਾਕਿਸਤਾਨੀ ਕੈਦੀਆਂ ਨੂੰ ਰੱਖ ਉਹਨਾਂ ਨੇ ਸਰੈਂਡਰ ਕੀਤਾ ਔਰ ਫਿਰ ਕਿਹਾ ਗਿਆ ਜੀ ਸਮਝੌਤਾ ਹੋ ਗਿਆ। ਜਾਂ ਮਹਾਰਾਜਾ ਦਲੀਪ ਸਿੰਘ ਜਾਂ 6 ਸਾਲ ਦਾ, ਉਹਦੇ ਨਾਲ ਅੰਗਰੇਜ਼ਾਂ ਨੇ ਸਮਝੌਤਾ ਕੀਤਾ, ਬਾਅਦ ਵਿੱਚ ਕਿਹਾ ਜੀ ਕਿ ਇਹਨੇ ਧੋਖਾ ਦਿੱਤਾ, ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ। ਸੋ ਇਹਦੇ ਇਤਿਹਾਸਕ ਪਹਿਲੂ ਹੈ। ਦੂਜੀ ਗੱਲ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ, ਦੇਖੋ ਇਹਦੇ 'ਚ ਇੱਕ ਕਰੋਨੋਲੋਜੀ ਬੜੀ ਇੰਪੋਰਟੈਂਟ ਹੈ। 24 ਜੁਲਾਈ 1985 ਨੂੰ ਲੋਂਗੋਵਾਲ ਸਮਝੌਤਾ ਕਰਦੇ ਆ ਔਰ 20 ਅਗਸਤ ਨੂੰ ਉਹਨਾਂ ਦਾ ਕਤਲ ਹੋ ਜਾਂਦਾ ਔਰ 1 ਮਹੀਨੇ ਬਾਅਦ ਸਤੰਬਰ 85 ਦੇ ਵਿੱਚ ਬਰਨਾਲਾ ਸਾਹਿਬ ਉਹ ਮੁੱਖ ਮੰਤਰੀ ਬਣ ਜਾਂਦੇ ਆ ਔਰ ਮੁੱਖ ਮੰਤਰੀ ਬਣ ਕੇ ਉਹ ਫਿਰ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹੁੰਦਾ ਹੈ, ਉਸ ਨੂੰ ਇੱਕ ਕਿਸਮ ਦਾ ਬਲੂ ਸਟਾਰ ਦੀ ਜਸਟੀਫਿਕੇਸ਼ਨ ਹੋ ਜਾਂਦੀ ਹੈ ਕਿ ਜੋ ਕੁਝ ਪਹਿਲੇ ਹੋਇਆ ਸੀਗਾ ਉਹਨੂੰ ਇਹਨਾਂ ਨੇ ਜਸਟੀਫਾਈ ਕਰਤਾ ਕਿ ਪੁਲਿਸ ਅੰਦਰ ਭੇਜੀ ਜਾ ਸਕਦੀ ਹੈ। ਯਾਨੀ ਜਿਹੜੇ ਕੰਮ ਸਰਕਾਰ ਆਪ ਨਹੀਂ ਕਰ ਸਕੀ, ਬਾਅਦ ਵਿੱਚ ਅਕਾਲੀ ਦਲ ਦੇ ਜਿਹੜੇ ਸੀਗੇ ਉਹਨਾਂ ਆਗੂਆਂ ਦੇ ਰਾਹੀਂ ਹੋਏ। ਹੁਣ ਇਹਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਆਨੰਦਪੁਰ ਦਾ ਮਤਾ ਜਿਹਦੇ ਤੇ ਇਹ ਤਾਂ 1973 ਦਾ ਸੀ, ਹੁਣ ਦਾ ਨਹੀਂ ਸੀਗਾ। ਮੋਰਚਾ ਬਾਅਦ ਵਿੱਚ ਲੱਗਾ, ਮੋਰਚਾ ਬਹੁਤ ਬਾਅਦ ਵਿੱਚ ਲੱਗਾ, ਮਗਰ ਆਨੰਦਪੁਰ ਦੇ ਮਤੇ ਤੋਂ ਵੀ ਪਿੱਛੇ ਚਲੇ ਜਾਓ, ਅਕਾਲੀ ਦਲ ਦੀ ਇੱਕ ਬਕਾਇਦਾ ਸ਼ੁਰੂ ਤੋਂ 1947 ਤੋਂ ਲੈ ਕੇ ਕੁਝ ਮੰਗਾਂ ਸੀ ਔਰ ਜਿਨ੍ਹਾਂ ਤੇ ਸੰਤ ਫਤਿਹ ਸਿੰਘ, ਸੰਤ ਹਰਚੰਦ ਸਿੰਘ ਲੋਂਗੋਵਾਲ ਉਹਨਾਂ ਨੇ ਦਸਤਖਤ ਕਰਕੇ ਕਈ ਵਾਰੀ ਐਗਰੀਮੈਂਟ ਕੀਤੇ, ਕਈ ਵਾਰੀ ਸਮਝੌਤੇ ਹੋਏ, ਮਗਰ ਸਭ ਤੋਂ ਬਦਕਿਸਮਤੀ ਦੀ ਗੱਲ ਹੈ ਕਿ ਜਦੋਂ ਲੋਂਗੋਵਾਲ ਸਮਝੌਤਾ ਕਰਦੇ ਆ, ਉਹਨਾਂ ਸਾਰੇ ਦੇ ਸਾਰੇ ਮੁੱਦਿਆਂ ਨੂੰ ਇੱਕਦਮ ਡੱਬੇ ਬੰਦ ਕਰਕੇ ਜਿਵੇਂ ਖਾਰੇ ਸਮੁੰਦਰ ਡੋਬ ਦਿੱਤਾ ਜਾਂਦਾ ਹੈ। ਇਹ ਸਮਝੌਤਾ ਜਿਹੜਾ ਕੀਤਾ ਗਿਆ ਇੱਕ ਐਸਾ ਸਮਝੌਤਾ ਹੈ ਜਿਹਨੇ ਪਿਛਲੇ ਸਾਰੇ ਮੁੱਦਿਆਂ ਨੂੰ ਖਤਮ ਕਰ ਦਿੱਤਾ। ਜਿਵੇਂ ਕਿਹਾ ਜਾਂਦਾ ਫੌਜ ਵਿੱਚ ਕਹਿੰਦੇ ਆ, ਜਦੋਂ ਪਰੇਡ ਕਰਦੇ ਆ ਨਵੇਂ ਰੰਗਰੂਟ, ਜਦੋਂ ਉਹਨਾਂ ਦੇ ਕਦਮ ਨਹੀਂ ਮਿਲਦੇ ਫਿਰ ਉਹ ਕਮਾਂਡਰ ਜਿਹੜਾ ਇੱਕ ਕਮਾਂਡ ਦਿੰਦਾ ਹੈ, ਜੈਸੇ ਥੇ ਐਜ਼ ਯੂ ਵਰ, ਉਹ ਸਾਰੇ ਫਿਰ ਪਹਿਲੀ ਪੋਜੀਸ਼ਨ 'ਚ ਆ ਜਾਂਦੇ ਆ। ਇਸ ਸਮਝੌਤੇ ਨੇ ਅਕਾਲੀਆਂ ਨੂੰ ਕਰ ਦਿੱਤਾ ਜੈਸੇ ਥੇ ਕਰਕੇ, ਤੁਸੀਂ ਉੱਥੇ ਹੀ ਆ ਜਾਓ, ਜ਼ੀਰੋ ਤੇ ਗਰਾਊਂਡ ਜ਼ੀਰੋ ਤੇ ਪਹੁੰਚ ਜਾਓ। ਤੁਹਾਡੀਆਂ ਪਿਛਲੀਆਂ ਮੰਗਾਂ, ਤੁਹਾਡੇ ਪਿਛਲੇ ਸਮਝੌਤੇ, ਤੁਹਾਡੀ ਪਿਛਲੀਆਂ ਗੱਲਾਂ, ਤੁਹਾਡੇ ਵਾਅਦੇ ਉਹ ਜ਼ੀਰੋ ਹੈ। ਹੁਣ ਕੀਤਾ ਕੀ ਸੀ? ਉਹਦੇ ਬਾਰੇ ਲਾਂਬਾ ਸਾਹਿਬ ਇਲੈਬੋਰੇਟ ਥੋੜਾ ਚਾਹਾਂਗੇ ਵੀ ਚੰਡੀਗੜ੍ਹ ਦੀ ਮੰਗ ਦੀ ਮੈਂ ਜ਼ਿਕਰ ਕੀਤਾ, ਹੋਰ ਕਿਹੜੀਆਂ ਮੰਗਾਂ ਤੇ ਉੱਤੇ ਤਾਂ ਹੋਇਆ ਕੀ ਸੀ? ਸਮਝੌਤੇ ਦੇ ਬਾਰੇ ਆਪਾਂ ਵੈਸੇ ਪਹਿਲਾਂ ਵੀ ਗੱਲਾਂ ਬਾਤਾਂ ਕਈ ਰਿਪੋਰਟਸ ਬਣਾਈਆਂ ਨੇ, ਲੇਕਿਨ ਉਹਦੇ ਵਿੱਚ ਜਿਹੜੇ ਮੇਨ ਟੇਕ ਅਵੇ ਸੀ ਜਾਂ ਗਿਵ ਅਵੇ ਸੀ ਉਹ ਕੀ ਸੀ? ਮੈਂ ਬਿਲਕੁਲ ਦੱਸਦਾ ਜੀ, ਉਹ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਦੇਖੋ, ਇੱਕ ਤਾਂ ਜਿਹੜਾ ਚੰਡੀਗੜ੍ਹ ਦਾ ਸੀਗਾ ਤੇ ਚੰਡੀਗੜ੍ਹ ਦਾ ਜਿਹੜੇ ਇਸ ਧਿਰ ਦੇ ਵਿੱਚ ਸ਼ਾਮਲ ਸਨ, ਜਿਹੜੇ ਇਸ ਸਮਝੌਤੇ ਵਿੱਚ ਜਿਹੜੇ ਸ਼ਾਮਲ ਰਹੇ ਹੈਗੇ ਆ, ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਹਿੰਦੇ ਜੀ ਚੰਡੀਗੜ੍ਹ ਮਿਲ ਗਿਆ ਸੀ। ਮੈਂ ਕਿਹਾ ਤੁਸੀਂ, ਤੁਹਾਡੇ ਜਿਹੜਾ ਸਮਝੌਤੇ ਦੇ ਵਿੱਚ ਤੇ ਲਿਖਿਆ ਨਹੀਂਗਾ, ਉਹਦੇ ਵਿੱਚ ਲਿਖਿਆ ਕੈਪੀਟਲ ਪ੍ਰੋਜੈਕਟ ਏਰੀਆ ਆਫ ਚੰਡੀਗੜ੍ਹ ਵਿਲ ਗੋ ਟੂ ਪੰਜਾਬ। ਕਹਿੰਦੇ ਇਹਦਾ ਕੀ ਮਤਲਬ ਹੁੰਦਾ? ਮੈਂ ਕਿਹਾ ਹੱਦ ਹੋ ਗਈ ਹੈ ਕਿ ਸਮਝੌਤਾ ਤੁਸੀਂ ਕਰ ਰਹੇ ਹੋ ਔਰ ਤੁਸੀਂ ਪੁੱਛ ਰਹੇ ਹੋ, ਤੁਹਾਨੂੰ ਪਤਾ ਹੀ ਨਹੀਂਗਾ ਕਿ ਇਹਦਾ ਮਤਲਬ ਕੀ ਹੈਗਾ। ਉਹ ਜਿਹੜਾ ਇਲਾਕਾ ਚੰਡੀਗੜ੍ਹ ਦਾ, ਜਿਵੇਂ ਹੁਣ ਦਿੱਲੀ ਹੈਗਾ, ਇੱਕ ਬੜਾ ਵੱਡਾ ਗ੍ਰੇਟਰ ਦਿੱਲੀ ਹੋ ਗਿਆ ਜਾਂ ਗ੍ਰੇਟਰ ਏਰੀਆ ਬਣ ਜਾਂਦਾ ਹੈ, ਸਿਮਿਲਰਲੀ ਇੱਕ ਛੋਟਾ ਜਿਹਾ ਏਰੀਆ ਸੀ ਜਿਹੜਾ ਕਿ ਪੰਜਾਬੀ ਜਿਹਨੂੰ ਚੰਡੀਗੜ੍ਹ ਦਾ ਕੈਪੀਟਲ ਪ੍ਰੋਜੈਕਟ ਏਰੀਆ ਸੀਗਾ, ਉਹ ਪੰਜਾਬ ਨੂੰ ਜਾਏਗਾ। ਹੁਣ ਇਹਦੇ ਨਾਲ ਇਹ ਕੀਤਾ ਗਿਆ, ਕਿਉਂਕਿ ਦੇਖੋ ਸਾਰੇ ਦੇ ਸਾਰੇ ਖਰੜ ਤਹਿਸੀਲ ਜਿਹੜੀ ਸੀ ਉਹਦੇ ਚੋਂ ਚੰਡੀਗੜ੍ਹ ਬਣਿਆ, ਮਗਰ ਉਹ 1961 ਦੀ ਮਰਦਮਸ਼ੁਮਾਰੀ ਗਲਤ ਦੇ ਆਧਾਰ ਦੇ ਉੱਤੇ ਉਹਨਾਂ ਨੇ ਉਸ ਨੂੰ ਹਰਿਆਣੇ 'ਚ ਸ਼ਾਮਲ ਕਰ ਦਿੱਤਾ ਔਰ ਇਹ ਕਿਹਾ ਗਿਆ ਇਸ ਸਮਝੌਤੇ ਵਿੱਚ ਕਿ ਜਿਹੜੇ ਹਿੰਦੀ ਰੀਜਨ ਦੇ ਇਲਾਕੇ ਸੀ ਉਹ ਵਾਪਸ ਹਰਿਆਣੇ ਨੂੰ ਚਲੇ ਜਾਣਗੇ, ਇਹਦਾ ਮਤਲਬ ਇਹ ਹੋ ਗਿਆ ਕਿ ਦੇਣਾ ਕੀ ਸੀਗਾ। ਔਰ ਨਾਲ ਕਿਹਾ ਕਿ ਇੰਦਰਾ ਗਾਂਧੀ ਦਾ ਕਹਿਣਾ ਸੀ ਕਿ ਜਦੋਂ ਵੀ ਚੰਡੀਗੜ੍ਹ ਮਿਲਦਾ ਇਹਦੇ ਬਦਲੇ ਕੁਝ ਇਲਾਕੇ ਹੋਰ ਹਰਿਆਣੇ ਨੂੰ ਦਿੱਤੇ ਜਾਣਗੇ। ਹੁਣ ਅਕਾਲੀ ਦਲ ਦੀ ਜਿਹੜੀ ਮੰਗ ਸੀ, ਉਹ ਮੰਗ ਸ਼ੁਰੂ ਤੋਂ ਸੀ, ਜਿਹਨੂੰ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਦਸਤਖਤ ਕਰਕੇ ਦਿੱਤਾ, ਜਿਨ੍ਹਾਂ ਨੂੰ ਐਮਪੀਜ਼ ਨੂੰ ਸਟੇਟਮੈਂਟ ਦਿੱਤੀ, ਭਾਰਤ ਸਰਕਾਰ ਨੂੰ ਦਿੱਤਾ। ਉਹਦੇ ਵਿੱਚ ਸੀਗੀ ਮੰਗ ਕਿ ਪੰਜਾਬ ਦੇ ਇਲਾਕੇ ਜਿਹੜੇ ਹਿਮਾਚਲ ਵਿੱਚ, ਰਾਜਸਥਾਨ ਵਿੱਚ, ਹਰਿਆਣੇ 'ਚ ਹੈਗੇ ਆ, ਉਹ ਵਾਪਸ ਆਣਗੇ। ਉਸ ਦੇ ਇਲਾਵਾ ਹੋਰ ਵੀ ਕਈ ਮੰਗਾਂ ਸੀ ਜਿਹਦਾ ਉਹਨਾਂ ਨੇ ਬਿਲਕੁਲ ਹੀ ਭੋਗ ਹੀ ਪਾ ਦਿੱਤਾ। ਜਿਵੇਂ ਇਹ ਗੱਲ ਤਾਂ ਆਪਾਂ ਕਰੀਏ ਨਾ, ਜੇ ਕੈਪੀਟਲ ਪ੍ਰੋਜੈਕਟ ਏਰੀਆ ਵੀ ਮਿਲ ਤਾਂ ਉਹ ਵੀ ਨਹੀਂ ਪਾਇਆ ਨਾ। ਮੈਂ ਤੇ ਉਹੀ ਕਹਿ ਰਿਹਾ ਤੇਜ ਜੀ ਕਿ ਇਹਨਾਂ ਨੂੰ ਕੁਝ ਮਿਲਣਾ ਹੀ ਨਹੀਂ ਸੀਗਾ। ਇੱਕ ਐਸਾ ਸਮਝੌਤਾ ਕੀਤਾ ਗਿਆ ਸੀ, ਨਾ ਤੁਹਾਨੂੰ ਕੁਝ ਮਿਲੇਗਾ ਨਾ ਕੁਝ ਹੋਏਗਾ, ਬਲਕਿ ਤੁਹਾਡੀਆਂ ਜਿਹੜੀਆਂ ਮੰਗਾਂ ਹਮੇਸ਼ਾ ਲਈ ਖਤਮ ਹੋ ਗਈਆਂ। ਇਹ ਸਮਝੌਤਾ ਮੈਂ ਅੱਜ ਕਹਿ ਸਕਦਾ, ਇਹ ਦੇਖੋ ਕਿੰਨੇ ਸਾਲ ਹੋ ਗਏ ਇਸ ਸਮਝੌਤੇ ਨੂੰ ਕੀਤਿਆਂ। ਉਸ ਤੋਂ ਬਾਅਦ ਭਾਰਤ ਸਰਕਾਰ ਨਾਲ ਨਾ ਕੋਈ ਸਮਝੌਤਾ ਹੋਇਆ, ਨਾ ਹੀ ਨੇੜ ਭਵਿੱਖ ਦੇ ਵਿੱਚ ਕੋਈ ਸਮਝੌਤਾ ਹੋ ਸਕੇਗਾ।
ਨਹੀਂ ਹੋਏਗਾ। ਹੁਣ ਜਿਹੜੀ ਸਭ ਤੋਂ ਵੱਡੀ ਐਜੀਟੇਸ਼ਨ ਕਿਸਾਨਾਂ ਦੀ ਸੀ, ਉਹਦੇ 'ਚ ਵੀ ਸਮਝੌਤਾ ਨਹੀਂ ਹੋਇਆ, ਐਗਰੀਮੈਂਟ ਨਹੀਂ ਹੋਇਆ। ਉਹਦੇ 'ਚ ਵੀ ਪ੍ਰਧਾਨ ਮੰਤਰੀ ਵੱਲੋਂ ਇੱਕ ਤਰਫਾ ਹੋ ਕੇ ਕੁਝ ਐਲਾਨ ਕਰ ਦਿੱਤੇ ਜਾਂਦੇ ਆ। ਉਹ ਜਿਹੜੀਆਂ ਕਾਨੂੰਨ ਬਣਾਉਣ ਲੱਗਿਆ ਵੀ ਔਰ ਖਤਮ ਕਰਨ ਲੱਗਿਆ ਵੀ, ਔਰ ਉਹਦੇ 'ਚ ਕੁਝ ਬੰਦੇ ਜਾ ਕੇ ਵਾਹ ਕਰ ਦਿੰਦੇ ਆ, ਹੋ ਜਾਂਦਾ। ਮਗਰ ਜਿਹੜੀਆਂ ਧਿਰਾਂ, ਪਰ ਇੱਕ ਗੱਲ ਹੋਰ ਇਹਦੇ 'ਚ ਬਹੁਤ ਅਹਿਮ ਹੈ, ਜਿਹੜੀ ਮੈਂ ਸ਼ੁਰੂ 'ਚ ਕਹੀ ਸੀ ਕਿ ਪੰਜਾਬ ਦੀਆਂ ਮੰਗਾਂ ਸੀ, ਪੰਜਾਬੀਆਂ ਵੱਲੋਂ ਸਮਝੌਤਾ ਨਹੀਂ ਹੋਇਆ, ਪੰਜਾਬ ਦੀਆਂ ਪਾਰਟੀਆਂ ਵੱਲੋਂ ਨਹੀਂ ਹੋਇਆ, ਅਕਾਲੀ ਦਲ ਦੇ ਸਾਰੇ ਧਿਰਾਂ ਵੱਲੋਂ ਨਹੀਂ ਹੋਇਆ। ਇਹ ਤਾਂ ਉਦਾਂ ਦਾ ਹੀ ਐਗਰੀਮੈਂਟ ਸੀਗਾ ਜਿਸ ਤਰ੍ਹਾਂ ਕਿ ਐਂਗਲੋ ਸਿੱਖ ਵਾਰ ਦੇ ਬਾਅਦ ਇੱਕ ਸਮਝੌਤਾ ਹੋਇਆ ਸੀਗਾ। ਸਿਮਿਲਰਲੀ ਇਹਨੂੰ ਅਗਰ ਕਹਿ ਲਿਆ ਜਾਏ ਸਿਰਫ ਅਕਾਲੀ ਦਲ ਦਾ ਤੇ ਭਾਰਤ ਸਰਕਾਰ ਦਾ, ਤੇ ਇਹ ਇੰਡੋ ਸਿੱਖ ਵਾਰ ਸੀ, ਇੰਡੋ ਸਿੱਖ ਵਾਰ ਦਾ ਇੱਕ ਸਮਝੌਤਾ ਹੋਇਆ। ਹੁਣ ਜਿਹੜੀਆਂ ਮੰਗਾਂ ਇਹਨਾਂ ਨੇ, ਦੇਖੋ ਧਾਰਾ 25 ਹੈ, ਬੜੀ ਇੰਟਰਸਟਿੰਗ ਹੈ। ਬਰਨਾਲਾ ਸਾਹਿਬ ਉਹਦੇ 'ਚ ਬੈਠੇ ਆ, ਜਿਹਦੇ ਤੇ ਦਸਤਖਤ ਕਰ ਰਹੇ ਆ, ਉਹ ਖੁਦ ਬੈਠੇ ਆ, ਔਰ ਉਹਨਾਂ ਨੇ ਖੁਦ ਜਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਬਰਨਾਲਾ ਸਾਹਿਬ ਨੇ ਦਿੱਲੀ ਦੇ ਵਿੱਚ ਜਾ ਕੇ ਕਾਂਸਟੀਟਿਊਸ਼ਨ ਦੀ ਕਾਪੀ ਸਾੜੀ ਸੀ, ਇਹਨਾਂ ਨੇ ਖੁਦ ਜਲਾਈ ਸੀ, ਔਰ ਉੱਥੇ ਬੈਠੇ ਉਹਦੀ ਗੱਲ ਨਹੀਂ ਕਰ ਰਹੇ। ਆਨੰਦਪੁਰ ਦੇ ਮਤੇ ਦੀ ਕੋਈ ਗੱਲ ਨਹੀਂ ਹੋ ਰਹੀ ਇਸ ਲੋਂਗੋਵਾਲ ਸਮਝੌਤੇ ਵਿੱਚ, 42 ਮੰਗਾਂ ਦੀ ਕੋਈ ਗੱਲ ਨਹੀਂ ਹੋ ਰਹੀ। ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਜਿੰਨੀਆਂ ਕੁ ਹੋਰ ਇਸ ਤਰ੍ਹਾਂ ਦੀਆਂ ਭੱਦੀਆਂ ਲਿਖਤਾਂ ਸੀ, ਭਾਵੇਂ ਉਹ ਸਤਿਆਰਥ ਪ੍ਰਕਾਸ਼ ਹੈ, ਭਾਵੇਂ ਮਹਾਤਮਾ ਗਾਂਧੀ ਨੇ ਲਿਖੀ ਹੈ, ਭਾਵੇਂ ਉਹ ਸੁਸ਼ੀਲਾ ਨਾਇਰ ਨੇ ਹੈ, ਭਾਵੇਂ ਉਹ ਵਿਨੋਬਾ ਭਾਵੇ ਨੇ ਹੈ, ਉਹਨਾਂ ਦਾ ਕੋਈ ਨਹੀਂ ਸੀ। ਸੰਤ ਫਤਿਹ ਸਿੰਘ ਖੁਦ ਪ੍ਰਧਾਨ ਮੰਤਰੀ ਨੇ ਦਾ ਜ਼ਿਕਰ ਕਰ ਚੁੱਕੇ ਸੀ। ਦਲਿਤਾਂ ਨੂੰ ਸਹੂਲਤਾਂ ਦੀ ਜਿਹੜੀ ਮੰਗ ਸੀ ਦੂਜੀ, ਉਹਦੀ ਕੋਈ ਗੱਲ ਨਹੀਂ। ਆਨੰਦ ਮੈਰਿਜ ਐਕਟ, ਪਰਸਨਲ ਲਾ, ਗੁਰਦੁਆਰਿਆਂ ਦੇ ਵਿੱਚ ਜਿਹੜਾ ਦਖਲ ਅੰਦਾਜ਼ੀ ਨਾ ਕਰਨ ਦਾ ਨਹਿਰੂ ਤਾਰਾ ਸਿੰਘ ਐਕਟ, ਉਹਦੀ ਕੋਈ ਨਹੀਂ। 42 ਕੜੀਆਂ ਦੀ ਕੋਈ ਗੱਲ ਨਹੀਂ। ਹਾਈ ਕੋਰਟ, ਭਾਖੜਾ ਬਿਆਸ, ਬਲੂ ਸਟਾਰ, ਸਿੱਖ ਰੈਫਰੈਂਸ ਲਾਇਬ੍ਰੇਰੀ, ਸਤਲੁਜ ਯਮਨਾ ਲਿੰਕ ਕੈਨਾਲ, ਐਮਰਜੈਂਸੀ ਦੇ ਦੌਰਾਨ ਜਿਹੜਾ ਕਿ ਮਾਰਚ ਜਿਹੜਾ ਪੰਜਾਬ ਦੇ ਲੱਗੀ, ਉਹਦੀ ਕੋਈ ਗੱਲ ਨਹੀਂ। ਔਰ ਸਭ ਤੋਂ ਵੱਡੀ ਗੱਲ ਦੇਖੋ, ਸ਼ੁਰੂ ਤੋਂ ਜਦ ਦਾ ਇਤਿਹਾਸ ਬਣਿਆ, ਸਿੱਖਾਂ ਨੂੰ ਹਰ ਗਵਰਨਮੈਂਟ ਨੇ, ਹਰ ਸਰਕਾਰ ਨੇ ਮਾਰਸ਼ਲ ਰੇਸ ਡਿਕਲੇਅਰ ਕੀਤਾ ਸੀ ਆਫੀਸ਼ੀਅਲੀ, ਔਰ ਉਹਦੀ ਬਿਨਾ ਦੇ ਉੱਤੇ ਇਹਨਾਂ ਦੀ ਫੌਜ ਵਿੱਚ ਭਰਤੀ 33% ਸੀਗੀ। ਮਗਰ ਇਹਨਾਂ ਦੇ ਆਉਣ ਦੇ ਬਾਅਦ 47 ਦੇ ਬਾਅਦ ਆਫੀਸ਼ੀਅਲੀ ਕਰ ਦਿੱਤਾ ਗਿਆ ਕਿ ਮਾਰਸ਼ਲ ਰੇਸ ਕੋਈ ਨਹੀਂਗਾ, ਬੰਗਾਲੀ, ਬਿਹਾਰੀ, ਕਸ਼ਮੀਰੀ, ਅਸਾਮੀ ਸਾਰੇ ਬਰਾਬਰ ਹੈਗੇ ਆ। ਉਹ ਜਿਹੜਾ ਇਹਨਾਂ ਦਾ ਸਟੇਟਸ ਸੀ, ਇਹਦੇ ਵਿੱਚ ਇਹਨਾਂ ਦੀ ਮੰਗ ਸੀ ਜਿਹੜੀ ਆਨੰਦਪੁਰ ਦੇ ਮਤੇ 'ਚ ਕਿ ਸਾਡਾ ਸਟੇਟਸ ਬਹਾਲ ਰੱਖਿਆ ਜਾਏ, ਉਹਦਾ ਇਹਨਾਂ ਨੇ ਕੀਤਾ ਹਾਂ ਜੀ ਅਸੀਂ ਜਿਹੜਾ ਮੈਰਿਟ ਦੇ ਆਧਾਰ ਤੇ ਸਾਰਿਆਂ ਦੀ ਜਿਹੜੀ ਭਰਤੀ ਹੋਏਗੀ। ਇਹ ਤਾਂ ਮੰਗ ਹੀ ਨਹੀਂ ਸੀ। ਹੋਰ ਤਾਂ ਹੋਰ ਇਹਨਾਂ ਦੀ ਇੱਕ ਮੰਗ ਸੀ ਕਿ ਫੌਜ ਦੀ ਭਰਤੀ ਦੇ ਵਿੱਚ ਵੀ ਸਿੱਖਾਂ ਨੂੰ ਕਿਰਪਾਨ ਰੱਖਣ ਦੀ ਇਜਾਜ਼ਤ ਹੋਏ। ਤੁਸੀਂ ਹੈਰਾਨ ਹੋਵੋਗੇ, ਇੰਦਰਾ ਗਾਂਧੀ ਵੇਲੇ 1975 ਵਿੱਚ ਆਰਮੀ ਦਾ ਇੱਕ ਸਰਕੂਲਰ ਸੀ, ਜੇ ਕੋਈ ਸਿੱਖ ਫੌਜੀ ਭਰਤੀ ਹੁੰਦਾ, ਅਗਰ ਉਹ ਕੇਸਾਂ ਦੀ ਬੇਅਦਬੀ ਕਰਦਾ ਹੈ, ਮੁੱਛਾਂ ਦੀ ਦਾੜੀ ਦੀ ਬੇਅਦਬੀ ਕਰਦਾ ਹੈ, ਉਹਦੇ ਤੇ ਕੋਰਟ ਮਾਰਸ਼ਲ ਹੋਏਗਾ, ਉਹਦੇ ਤੇ ਕਾਰਵਾਈ ਹੋਏਗੀ। ਉਹ ਵੀ ਖਤਮ ਕਰ ਦਿੱਤੀ ਗਈ, ਕੋਈ ਗੱਲ ਨਹੀਂ ਕੀਤੀ ਗਈ। ਨਹਿਰੂ ਤਾਰਾ ਸਿੰਘ ਪੈਕਟ ਦੀ ਕੋਈ ਗੱਲ ਨਹੀਂ ਕੀਤੀ। ਅਕਾਲੀ ਦਲ ਦੀ ਸ਼ੁਰੂ ਤੋਂ ਮੰਗ ਸੀ ਕਿ ਅਸੀਂ ਕਿਸੇ ਕੀਮਤ ਦੇ ਉੱਤੇ ਤਰਾਈ ਦਾ ਇਲਾਕਾ ਉਹਨੂੰ ਪ੍ਰੋਟੈਕਟ ਕਰਾਂਗੇ, ਖਤਮ ਹੋ ਗਈ। ਹੁਣ ਮੈਂ ਗੱਲ ਕਰ ਰਿਹਾ ਸੀਗਾ ਕਿ ਇੱਕ ਹੋਰ ਬੜੀ ਇੰਪੋਰਟੈਂਟ ਹੈ, ਅਕਾਲੀ ਦਲ ਦਾ ਭਾਵੇਂ ਗਲਤ ਹੈ ਸਹੀ ਹੈ, ਮੈਂ ਉਸ ਬਹਿਸ 'ਚ ਨਹੀਂ ਜਾਂਦਾ, ਇਹਨਾਂ ਦੀ ਇੱਕ ਬੜੀ ਵੱਡੀ ਮੰਗ ਸੀ ਕਿ ਪੰਜਾਬ ਦੇ ਵਿੱਚ ਝਗੜਿਆਂ ਦਾ, ਪਰਿਵਾਰਕ ਝਗੜਿਆਂ ਦਾ ਕਾਰਨ ਹੈ ਕਿ ਬੇਟੀ ਨੂੰ, ਕਿਉਂਕਿ ਜ਼ਮੀਨ ਹੈ, ਅਗਰ ਧੀ ਨੂੰ ਉਹਦੇ ਸਹੁਰਿਆਂ ਦੀ ਜਾਇਦਾਦ ਵਿੱਚ ਹਿੱਸਾ ਮਿਲਣਾ ਚਾਹੀਦਾ, ਨਾ ਕਿ ਪੇਕਿਆਂ ਦੀ, ਮਾਂ-ਬਾਪ ਦੇ, ਕਿਉਂਕਿ ਉਹਦੇ ਨਾਲ ਫਿਰ ਜਦੋਂ ਵੰਡੀ ਜਾਂਦੀ ਹੈ ਫਿਰ ਝਗੜੇ ਪੈਦਾ ਹੁੰਦੇ। ਇਹਨਾਂ ਦਾ ਅਸੀਂ ਕਾਨੂੰਨ ਖਤਮ ਕੀਤਾ ਜਾਏ, ਉਹਦੀ ਕੋਈ ਗੱਲ ਨਹੀਂ ਕੀਤੀ ਗਈ। ਸੋ ਇਸ ਤਰੀਕੇ ਨਾਲ ਜਿਹੜੀ ਤੁਸੀਂ ਗੱਲ ਕੀਤੀ ਕਿ ਮੀਜ਼ੋ ਅਕਾਰਡ ਕਿਉਂ ਕਾਮਯਾਬ ਹੋਇਆ, ਮੀਜ਼ੋ ਅਕਾਰਡ ਦੇ ਵਿੱਚ 2 ਕਲਾਜ਼ਸ ਬੜੀਆਂ ਇੰਪੋਰਟੈਂਟ ਹੈ, ਉਹ ਦੇਖਣ ਵਾਲੀਆਂ, ਉਹ ਅਕਾਰਡ ਪੜ੍ਹਨ ਵਾਲਾ ਹੈ, ਉਹ ਵੀ ਰਾਜੀਵ ਗਾਂਧੀ ਨੇ ਕੀਤਾ। ਉਹਦੇ ਵਿੱਚ ਉਹਨਾਂ ਨੇ ਕੀਤਾ, ਪਹਿਲੀ ਕਲਾਜ਼ ਸੀ ਕਿ notwithstanding anything in the constitution, no law of India will apply on Mizo unless they accept it। ਭਾਵੇਂ ਭਾਰਤ ਦੇ ਸੰਵਿਧਾਨ ਜੋ ਮਰਜ਼ੀ ਕਿਹਾ ਹੋਏ, ਕੋਈ ਕਾਨੂੰਨ ਕੇਂਦਰ ਦਾ ਲਾਗੂ ਨਹੀਂ ਹੋਏਗਾ ਪਾਰਲੀਮੈਂਟ ਦਾ ਜਿੰਨੀ ਦੇਰ ਉਹ ਨਹੀਂ ਮੰਨਣਗੇ। ਔਰ ਇਸ ਤੋਂ ਵੱਡੀ ਇੱਕ ਗੱਲ ਹੋਰ ਬੜੀ ਇੰਪੋਰਟੈਂਟ ਹੈ, ਜਿਹੜੀ ਅਹਿਮ ਹੈ, ਮੀਜ਼ੋ ਅਕਾਰਡ ਦੇ ਵਿੱਚ ਉਹਦੇ ਲਿਖਿਆ ਗਿਆ ਸੀ ਕਿ ਮੀਜ਼ੋਰਾਮ ਦੇ ਵਿੱਚ ਜਿਹੜੀਆਂ ਲੋਕਲ ਪ੍ਰੋਡਿਊਸਡ ਕਮੋਡਿਟੀਜ਼ ਐਂਡ ਐਗਰੀਕਲਚਰ ਪ੍ਰੋਡਿਊਸ ਐਂਡ ਕਮੋਡਿਟੀਜ਼ ਹੈਗੀਆਂ, ਮੀਜ਼ੋਰਾਮ ਉਹ ਜਿਹੜਾ ਨੇਬਰਿੰਗ ਕੰਟਰੀਜ਼ ਨੂੰ ਐਕਸਪੋਰਟ ਕਰ ਸਕਦਾ। ਨੇਬਰਿੰਗ ਕੌਣ ਸੀ? ਚਾਈਨਾ ਸੀ, ਬਰਮਾ ਸੀ, ਜਾਂ ਬੰਗਲਾਦੇਸ਼ ਹੈ, ਜਾਂ ਹੋਰ ਉਹ ਜਿਹੜੇ ਕੰਟਰੀਜ਼ ਹੈਗੇ ਆ ਜਿਹੜੇ ਕਿ ਬਹੁਤ ਜ਼ਿਆਦਾ ਕੋ ਫਰੈਂਡਲੀ ਨਹੀਂ ਹੈ। ਮਗਰ ਜੇ ਇਹ ਮੰਗ ਕਿਧਰੇ ਪੰਜਾਬ ਵਾਲੇ ਸਿੰਪਲੀ ਕਰ ਦਿੰਦੇ, ਹੋਰ ਤਾਂ ਹੋਰ ਇੱਕ ਬੜੀ ਛੋਟੀ ਜੀ ਮੰਗ ਸੀ, ਬਹੁਤ ਛੋਟੀ ਜੀ ਮੰਗ ਹੈ, ਪੰਜਾਬੀ ਜਿਹੜਾ ਵੀ ਪੰਜਾਬੀ ਹੈ ਅਗਰ ਬਾਹਰ ਚਲਾ ਗਿਆ, ਉਹਦੇ ਰੂਟਸ ਪੰਜਾਬ ਨਾਲ ਹੈ, ਉਹ ਭਾਵੇਂ ਇੰਡੀਅਨ ਸਿਟੀਜ਼ਨ ਹੈ, ਹਿੰਦੁਸਤਾਨ ਦਾ ਨਾਗਰਿਕ ਹੈ, ਪਰ ਅਗਰ ਉਹ ਬਾਹਰ ਚਲਾ ਗਿਆ, ਕੰਮ ਕਰ ਰਿਹਾ, ਉਹ ਪੰਜਾਬ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ, ਐਗਰੀਕਲਚਰ ਲੈਂਡ ਨਹੀਂ ਲੈ ਸਕਦਾ। ਹਾਰਟੀਕਲਚਰ ਸ਼੍ਰੋਮਣੀ ਕਮੇਟੀ ਦੇ ਮਤੇ ਹੈ ਕਿ ਇਹਨੂੰ ਲਾਗੂ ਕੀਤਾ ਜਾਏ।
ਇਹਨਾਂ ਨੂੰ ਇਜਾਜ਼ਤ ਦਿੱਤੀ ਜਾਏ, ਭਾਰਤ ਸਰਕਾਰ ਨੇ ਨਾ ਕਰ ਦਿੱਤੀ। ਮਤਲਬ ਇਹ ਹੈ ਕਿ ਜਿਹੜੀਆਂ ਮੰਗਾਂ ਸੀਗੀਆਂ ਪੂਰੀ ਦੀਆਂ ਪੂਰੀਆਂ ਨੂੰ ਭੋਗ ਪਾ ਦਿੱਤਾ, ਉਹਦਾ ਜ਼ਿਕਰ ਤੱਕ ਨਹੀਂ ਕੀਤਾ। ਇਹ ਤਾਂ ਬਿਲਕੁਲ ਉਹਨੂੰ ਕਿਹਾ ਜਾਏ, ਕਪੂਰ ਸਿੰਘ ਨੇ ਜਿਵੇਂ ਕਿਹਾ ਸੀ, ਉਹਨੇ ਇੱਕ ਵਾਰੀ ਪਾਰਲੀਮੈਂਟ ਵਿੱਚ ਕਿਹਾ ਸੀ, ਇਹ ਜਿਹੜਾ ਆંકੜੇ ਹੁੰਦੇ ਆ, these are like ਬਿਕਨੀਜ਼, ਕਹਿੰਦਾ ਐਕਸਾਈਟਿੰਗ ਨਾਟ ਫॉर what they reveal but what they conceal। ਤਿੰਨ ਕਿਸਮ ਦੇ ਝੂਠ ਹੈ, ਇੱਕ ਆંકੜੇ, ਸਰਕਾਰੀ ਆંકੜੇ, ਤੇ ਜਿਹੜੇ ਆ ਇਹ ਐਬਸੋਲੂਟਲੀ ਝੂਠ, ਤੇ ਇੱਕ ਸਰਕਾਰੀ ਆંકੜੇ। ਇਹਦੇ ਵਿੱਚ ਇਸ ਸਮਝੌਤੇ ਰਾਹੀਂ ਜਿਹੜੀਆਂ ਇਹਨਾਂ ਦੀਆਂ ਜਾਇਜ਼ ਜਾਂ ਨਾਜਾਇਜ਼ ਮੰਗਾਂ, ਉਹ ਸਾਰੀਆਂ ਦੇ ਉੱਤੇ ਪੂਰੀ ਤਰ੍ਹਾਂ ਪੋਚਾ ਫੇਰ ਦਿੱਤਾ ਗਿਆ। ਇਸ ਤੋਂ ਬਾਅਦ ਨਾ ਕੋਈ ਗੱਲ ਹੋਈ ਹੈ ਔਰ ਨਾ ਹੋਏਗੀ। ਤਾਂ ਤਾਂ ਹੀ ਮੈਂ ਕਹਿ ਰਿਹਾ, ਇੱਕ ਐਸਾ ਮਾਸਟਰ ਸਟ੍ਰੋਕ ਹੈ ਜਿਹੜੀ ਕਿ ਭਾਰਤ ਸਰਕਾਰ ਨੇ ਕੀਤਾ। ਇਹਦੇ ਵਿੱਚ ਸ਼੍ਰੋਮਣੀ ਕਮੇਟੀ ਨਾਲ ਕੋ ਖੋਲੀ ਗਈ, 42 ਕੜੀਆਂ ਖੋਲੀਆਂ ਗਈਆਂ, ਉਹਦੀ ਕੋਈ ਗੱਲ ਨਹੀਂ। ਲਾਰਜਰ ਜਿਹੜਾ ਮੈਸੇਜ ਭੇਜਣਾ ਚਾਹ ਰਹੇ ਸੀ ਦੋਵੇਂ ਧਿਰਾਂ, ਰਾਜੀਵ ਗਾਂਧੀ ਤਾਂ ਭੇਜਣਾ ਚਾਹ ਰਹੇ ਸੀ ਕਿ ਪੰਜਾਬ ਦੀ ਸਥਿਤੀ ਇਜ਼ ਇਨ ਕੰਟਰੋਲ, ਜਦਕਿ ਐਟ ਦ ਸੇਮ ਪੁਆਇੰਟ ਇਨ ਟਾਈਮ ਪੰਜਾਬ ਦੀ ਸਮੱਸਿਆ ਨੂੰ ਮੰਨਿਆ ਵੀ ਜਾਂਦਾ ਸੀ ਵੀ ਪੰਜਾਬ ਪ੍ਰੋਬਲਮ ਦਾ ਹੱਲ ਹੀ ਇਸ ਅਕੋਰਡ ਦੇ ਜ਼ਰੀਏ ਕੱਢਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਹੱਲ ਨਹੀਂ ਸੀ ਕਿਉਂਕਿ ਮੰਗਾਂ ਮੰਨੀਆਂ ਨਹੀਂ ਗਈਆਂ। ਲੇਕਿਨ ਦੋਵੇਂ ਲੀਡਰ ਜਿਹੜੇ ਸੀ, ਰਾਜੀਵ ਗਾਂਧੀ ਤੇ ਲੌਂਗੋਵਾਲ, ਇਹ ਅਚੀਵ ਕੀ ਕਰਨਾ ਚਾਹ ਰਹੇ ਸੀ? ਇਹਨਾਂ ਦੇ ਵਿਅਕਤੀਗਤ ਆਪਣੇ ਟਾਰਗੇਟ ਕੀ ਸੀ, ਇਹਨਾਂ ਦੇ ਆਪਣੇ ਏਮ ਕੀ ਸੀ ਇਸ ਜਿਹੜਾ ਕਰਾਰ ਸੀ ਉਸ ਦੀ ਰੋਸ਼ਨੀ 'ਚ? ਇਹਦਾ ਜਵਾਬ ਤਾਂ ਉਹ ਜਿਹੜੀਆਂ ਧਿਰਾਂ ਦੇ ਸਕਦੀਆਂ, ਪਰ ਇੱਕ ਚੀਜ਼ ਨਜ਼ਰ ਆਉਂਦੀ ਹੈ, ਇਹਦੇ ਵਿੱਚ ਇੱਕ ਚੀਜ਼ ਸਾਹਮਣੇ ਨਜ਼ਰ ਆ ਰਹੀ ਹੈ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਜਾਂ ਉਹਨਾਂ ਦੇ ਨਾਲ ਸੀਗੇ ਨਾ, ਤਾਂ ਉਹ ਬਹੁਤ ਇੰਟਰਸਟਡ ਸਨ ਇਹਦੀ ਧਾਰਾ ਕਿਹੜੀਆਂ ਜਿੱਥੋਂ ਡਰਾਫਟ ਹੋ ਕੇ ਆਇਆ। ਇਹਦਾ ਮਤਲਬ ਪੱਕੀ ਗੱਲ ਹੈਗੀ ਹੈ ਕਿ ਅਕਾਲੀਆਂ ਨੇ ਜਾਂ ਅਕਾਲੀ ਧਿਰ ਨੇ ਨਹੀਂ ਡਰਾਫਟ ਕੀਤਾ, ਇਹ ਡਰਾਫਟ ਜਿਹੜਾ ਕਿਸੇ ਹੋਰ ਧਿਰ ਨੇ ਕੀਤਾ, ਜਿਹੜੀ ਦੂਜੀ ਧਿਰ ਹੈਗੀ ਹੈ, ਉਸ ਧਿਰ ਨੇ ਡਰਾਫਟ ਕਰਕੇ ਇਹਨਾਂ ਦੇ ਕੋਲੋਂ ਡਾਟਡ ਲਾਈਨ ਦੇ ਉੱਤੇ ਸਿਗਨੇਚਰ ਕਰਾਏ ਗਏ ਆ। ਹੁਣ ਉਹਦਾ ਫਾਇਦਾ ਜਿਹੜਾ ਹੈ, ਉਹ ਜਿਵੇਂ ਇੱਕ ਹੁੰਦਾ ਹੈ ਕਿ ਇਹਦਾ ਫਾਇਦਾ ਕਿਹਨੂੰ ਹੋਇਆ? ਇਹਦਾ ਫਾਇਦਾ ਹੋਇਆ ਬਰਨਾਲਾ ਐਂਡ ਬਲਵੰਤ ਸਿੰਘ ਨੂੰ, ਇਹਦਾ ਫਾਇਦਾ ਹੋਇਆ ਜਿਹੜੇ ਨਾਲ ਗਏ ਸੀਗੇ, ਨਾ ਕਿਸੇ ਹੋਰ ਨੂੰ ਹੋਇਆ। ਤੀਜੀ ਗੱਲ, ਇਹ ਸਮਝੌਤਾ ਜਿਹੜਾ ਕੀਤਾ ਗਿਆ, ਜਿਵੇਂ ਕਿਹਾ ਜਾਂਦਾ ਹੈ ਕਿ ਇੱਕ ਐਸਾ ਸੀ ਜਿਹਦੇ 'ਚ ਸ਼ਾਇਦ ਸਰਕਾਰ ਨੂੰ ਵੀ ਪਤਾ ਸੀ ਇਹ ਲਾਗੂ ਨਹੀਂ ਹੋਣਾ, ਇਹ ਪਤਾ ਸੀਗਾ, ਇਸ ਕਰਕੇ ਇਹਨਾਂ ਦੇ ਕੋਲੋਂ ਸਾਰਾ ਕੁਝ ਲਿਖਵਾ ਲਿਆ ਗਿਆ। ਨਹਿਰ ਵੀ ਦਿਓਗੇ, ਪਾਣੀ ਵੀ ਦਿਓਗੇ, ਤੁਸੀਂ ਉਹ ਜਿਹੜਾ ਸਤਲੁਜ ਯਮਨਾ ਲਿੰਕ ਵੀ ਲਾਗੂ ਕਰੋਗੇ, ਹਰ ਚੀਜ਼ ਜਿੰਨੀਆਂ ਕਿ ਇਹਨਾਂ ਦੇ ਉੱਤੇ ਥੋਪੀਆਂ ਜਾ ਸਕਦੀਆਂ ਸੀ, ਔਰ ਇਹਨਾਂ ਨੇ ਬੀਬੇ ਬੱਚੇ ਬਣ ਕੇ ਸਾਰੀਆਂ ਸਾਈਨ ਕੀਤੀਆਂ। ਔਰ ਇਹਦੇ 'ਚ ਕਿਹਾ ਗਿਆ ਕਿ ਹੁਣ ਅਮਨ ਦਾ ਦੌਰ ਆ ਗਿਆ, ਜੰਗ ਦਾ ਦੌਰ ਖਤਮ ਹੋ ਗਿਆ। ਇਹਦਾ ਮਤਲਬ ਤੁਹਾਡੀਆਂ ਜਿਹੜੀਆਂ ਸਾਰੀਆਂ ਪੁਰਾਣੀਆਂ ਮੰਗਾਂ ਸੀ 47 ਤੋਂ ਲੈ ਕੇ ਹੁਣ ਤੱਕ, ਉਹ ਸਾਰੀਆਂ ਗਲਤ ਸੀਗੀਆਂ, ਉਹਨੂੰ ਅਸੀਂ ਸੈਟਲ ਕਰ ਦਿੱਤਾ, ਹੁਣ ਅਸੀਂ ਨਵੀਂ ਗੱਲ ਕਰਾਂਗੇ। ਔਰ ਉਸ ਤੋਂ ਬਾਅਦ ਨਾ ਦੋ ਗੱਲਾਂ, ਇੱਕ ਗੱਲ ਹੋਰ ਹੈ, ਜਦੋਂ ਬਲੂ ਸਟਾਰ ਹੋਇਆ ਉਹਦੇ ਵਿੱਚ ਟੋੜਾ ਸਾਹਿਬ ਦੀ ਸਟੇਟਮੈਂਟ ਹੈ ਹਾਈ ਕੋਰਟ ਦੇ ਵਿੱਚ, ਇੰਦਰਾ ਗਾਂਧੀ ਨੇ ਕਿਹਾ ਸੀ ਇਹ ਤਾਂ ਕਰਕੇ ਕੀਤਾ ਕਿ ਤੁਸੀਂ ਅਕਾਲ ਤਖਤ ਤੋਂ ਮੋਰਚੇ ਲਗਾਉਂਦੇ ਹੋ। ਹੁਣ ਦੋ ਗੱਲਾਂ, ਇੱਕ ਤਾਂ 1984 ਤੋਂ ਬਾਅਦ ਅਕਾਲੀ ਦਲ ਨੇ ਕੋਈ ਮੋਰਚਾ ਨਹੀਂ ਲਗਾਇਆ, ਹੋਰ ਤਾਂ ਹੋਰ ਜਿਹੜੇ ਕਿਸਾਨਾਂ ਦੀ ਐਜੀਟੇਸ਼ਨ ਹੈ ਉਹਦੇ ਵਿੱਚ ਵੀ ਉਹ ਸਾਇਲੈਂਟ ਜਿਹੜੀ ਉਹਨਾਂ ਦੀ ਰਹੀ ਹੈ, ਕੋਈ ਪਾਰਟਿਸਿਪੇਸ਼ਨ ਨਹੀਂ ਹੋਈ। ਔਰ ਦੂਜੀ ਗੱਲ ਜਿਹੜੀ ਹੈਗੀ ਹੈ, ਨਾ ਅਕਾਲ ਤਖਤ ਤੋਂ ਮੋਰਚਾ ਲੱਗਾ, ਨਾ ਅਕਾਲੀ ਦਲ ਨੇ ਲਗਾਇਆ, ਔਰ ਨਾ ਹੀ ਹੁਣ ਅਕਾਲੀ ਦਲ ਕਿਸੇ ਹੋਰ ਐਗਰੀਮੈਂਟ ਨੂੰ ਜਾਂ ਸਟੇਟਮੈਂਟ ਨੂੰ ਕਰ ਸਕਦਾ। ਯਾਨੀ ਕਿ ਪੰਜਾਬ ਦੀਆਂ ਜਿਹੜੀਆਂ ਨਾਨ ਅਕਾਲੀਜ਼ ਜਾਂ ਨਾਨ ਸਿੱਖ ਜਿਹੜੀਆਂ ਪਾਰਟੀਆਂ, ਉਹਨਾਂ ਨੂੰ ਵੀ ਵੱਖ ਕਰ ਦਿੱਤਾ। ਔਰ ਐਸੇ ਤਰੀਕੇ ਨਾਲ ਸਮਝੌਤਾ ਕੀਤਾ ਹੈ ਕਿ ਇੱਕ ਦੋ ਧਿਰਾਂ ਨੂੰ ਆਪਸ ਰੱਖ ਕੇ ਕਿ ਪੰਜਾਬ ਨੂੰ ਹਮੇਸ਼ਾ ਲਈ ਜਿਹੜਾ ਹੈ ਕਿ ਇਹ ਤੁਹਾਡੀ ਕੋਈ ਮੰਗ ਹੁਣ ਬਾਕੀ ਨਹੀਂ ਰਹਿ ਗਈ, ਸਾਰੀਆਂ ਮੰਗਾਂ ਪੂਰੀਆਂ ਹੋ ਗਈਆਂ। ਹੁਣ ਤੁਸੀਂ ਕਿੱਥੋਂ ਫਿਰ ਮੁੱਢੋਂ ਕਿੱਥੋਂ ਸ਼ੁਰੂ ਕਰੋਗੇ? ਫਿਰ ਤੁਸੀਂ ਜ਼ੀਰੋ ਤੋਂ ਕਿੱਥੋਂ ਸ਼ੁਰੂ ਕਰੋਗੇ? ਕੌਣ ਕਰੇਗਾ? ਇਹਦਾ ਹਸ਼ਰ ਜੋ ਹੋਇਆ ਹੈਗਾ। ਇਸ ਸਮਝੌਤੇ ਤੋਂ ਬਾਅਦ ਜਿਹੜਾ ਇਲੈਕਸ਼ਨ ਹੁੰਦਾ ਉਹਦੇ ਵਿੱਚ ਅਕਾਲੀ ਦਲ ਦੀ ਇੱਕ ਬੜੀ ਅੱਛੀ ਜਿੱਤ ਹੁੰਦੀ ਹੈ ਤੇ ਪੰਜਾਬ ਲਈ ਇੱਕ ਬੜਾ ਗੋਲਡਨ ਮੌਕਾ ਵੀ ਸੀ, ਕਿਉਂਕਿ ਜੇ ਉਸ ਵਕਤ ਇੱਕ ਚੁਣੀ ਹੋਈ ਸਰਕਾਰ ਰਹਿੰਦੀ ਤਾਂ ਕਾਫੀ ਹੱਦ ਤੱਕ ਚੀਜ਼ਾਂ ਨੂੰ ਉਹ ਐਸੂਏਟ ਕਰ ਸਕਦੀ ਸੀ। ਜਿਹੜੇ ਭਾਵਨਾਵਾਂ ਉਸ ਵਕਤ ਇੱਕ ਬਹੁਤ ਹੀ ਵੱਖਰਾ ਕਿਸਮ ਦਾ ਮਾਹੌਲ ਸੀ, ਤੇ ਉਸ ਪੱਖੋਂ ਪੰਜਾਬ ਦੇ ਵਿੱਚ ਇੱਕ ਅਕਾਲੀ ਦਲ ਦੀ ਸਰਕਾਰ ਇੱਕ ਬੜੀ ਹੀ ਚੰਗੀ ਸਰਕਾਰ ਹੋਣੀ ਸੀ। ਲੇਕਿਨ ਉਸ ਤੋਂ ਬਾਅਦ ਬਰਨਾਲਾ ਮਿਨਿਸਟਰੀ ਦੇ ਦੌਰਾਨ ਜੋ ਕੁਝ ਹੋਇਆ, ਫਿਰ ਉਹਨੂੰ ਕਿਵੇਂ ਥੱਲੇ ਗਿਰਨ ਦੀਆਂ ਕੋਸ਼ਿਸ਼ਾਂ ਹੋਈਆਂ, ਫਿਰ ਹੋਰ ਦਰਬਾਰ ਸਾਹਿਬ ਦੀ ਦੁਬਾਰਾ ਐਕਸ਼ਨ ਹੋ ਜਾਂਦੇ ਹੈ, ਉਸ ਤੋਂ ਬਾਅਦ ਸਰਕਾਰ ਗਿਰ ਜਾਂਦੀ ਹੈ ਕੁਝ ਸਾਲ ਤੋਂ ਬਾਅਦ। ਉਹ ਘਟਨਾਕ੍ਰਮ ਨੂੰ ਕਿਵੇਂ ਵੇਖਦੇ ਹੋ? ਯਾਨੀ ਕਿ ਪਰਪਸ ਤਾਂ ਅਸੀਂ ਪੰਜਾਬ ਦੇ ਵਿੱਚ ਸਟੇਬਿਲਿਟੀ ਕਿਸੇ ਤਰੀਕੇ ਨਾਲ ਲਿਆਂਦੀ ਜਾਵੇ, ਸਰਕਾਰਾਂ ਕਰਾਰ ਹੋ ਜਾਏਗਾ, ਸੁਰਜੀਤ ਸਿੰਘ ਬਰਨਾਲਾ ਲਈ ਇੱਕ ਪਿਚ ਤਿਆਰ ਕਰਕੇ ਦਿੱਤੀ ਗਈ ਤੇ ਉਹ ਅਲਟੀਮੇਟਲੀ ਪੰਜਾਬ ਦੇ ਮੁੱਖ ਮੰਤਰੀ ਬਣ ਵੀ ਗਏ। ਬਿਲਕੁਲ ਉਸੇ ਲਾਈਨ ਦੇ ਵਿੱਚ ਸਭ ਕੁਝ ਹੋਇਆ, ਡਿਸਪਾਈਟ ਦਾ ਫੈਕਟ ਵੀ ਜਿਹੜਾ ਸੰਤ ਲੌਂਗੋਵਾਲ ਦੀ ਹੱਤਿਆ ਹੁੰਦੀ ਹੈ, ਇਹ ਚੀਜ਼ ਸ਼ਾਇਦ ਪਹਿਲਾਂ ਸਕ੍ਰਿਪਟਡ ਨਹੀਂ ਸੀ, ਇਹ ਚੀਜ਼ ਪਹਿਲਾਂ ਐਂਟੀਸਿਪੇਟ ਕਿਸੇ ਨੇ ਨਹੀਂ ਕੀਤੀ ਸੀ। ਲੇਕਿਨ ਸੁਰਜੀਤ ਸਿੰਘ ਬਰਨਾਲਾ ਦਾ ਮੁੱਖ ਮੰਤਰੀ ਬਣਨਾ, ਸਰਕਾਰ ਅਕਾਲੀਆਂ ਦੀ ਬਣਨਾ, ਤੇ ਉਸ ਦੌਰਾਨ ਵੀ ਕੇਂਦਰ ਸਰਕਾਰ ਦਾ ਬਹੁਤ ਛਤਰ ਛਾਇਆ ਰਹੀ,
ਜਾਂ ਕਹਿ ਲਓ ਵੀ ਅਰਜੁਨ ਸਿੰਘ ਨੂੰ ਲਿਆ ਕੇ ਇੱਥੇ ਗਵਰਨਰ ਬਣਾਤਾ ਜਾਂਦਾ ਹੈ। ਕੋਸ਼ਿਸ਼ਾਂ ਇਹੀ ਹੋਈਆਂ ਵੀ ਕਾਫੀ ਹੱਦ ਤੱਕ ਕੇਂਦਰ ਸਰਕਾਰ ਜਿਵੇਂ ਜਿਵੇਂ ਚਾਹ ਰਹੀ ਹੈ ਪੰਜਾਬ ਦੇ ਅਫੇਅਰਸ ਨੂੰ ਹੈਂਡਲ ਕਰੇ। ਇਹੀ ਕਾਰਨ ਸੀ ਕਿ ਬਰਨਾਲਾ ਸਰਕਾਰ ਕ੍ਰਿਟਿਸਾਈਜ਼ ਵੀ ਹੋਈ ਤੇ ਬਾਅਦ ਦੇ ਵਿੱਚ ਉਸ ਨੂੰ ਬਾਹਰ ਵੀ ਜਾਣਾ ਪਿਆ ਬਾਹਰ ਤੋਂ। ਜੀ ਜੀ ਬਿਲਕੁਲ, ਤੁਸੀਂ ਜਿਹੜੀ ਇਹ ਗੱਲ ਕਰ ਰਹੇ ਹੋ ਕਿ ਉਹ ਕੋਈ ਪਹਿਲਾਂ ਸੋਚ ਨਹੀਂ ਸਕਦਾ ਸੀਗਾ ਕਿ ਇਹ ਹੋਏਗਾ, ਪਰ ਮੈਨੂੰ ਯਾਦ ਹੈ ਲਕਸ਼ਮਣ ਦਾ ਉਸ ਵੇਲੇ ਦਾ ਕਾਰਟੂਨ ਸੀ ਜਿਸ ਦਿਨ ਸਮਝੌਤਾ ਹੋਇਆ ਤੇ ਉਹ ਰਾਜੀਵ ਗਾਂਧੀ ਆਪਣੀ ਬੁਲਟ ਪ੍ਰੂਫ ਜੈਕਟ ਜਿਹੜੀ ਹੈ ਲਾ ਕੇ ਤੇ ਸੰਤ ਹਰਚੰਦ ਸਿੰਘ ਨੂੰ ਦਿੰਦੇ ਹੈ, ਕਹਿੰਦੇ ਸਾਜੀ ਇਹ ਹੁਣ ਤੁਹਾਡੇ ਕੰਮ ਆਏਗੀ। ਕਿਉਂਕਿ ਜਿਹੜੀਆਂ ਧਿਰਾਂ ਲੜਦੀਆਂ ਪਈਆਂ, ਜਿਹੜੀਆਂ ਕਰ ਰਹੀਆਂ, ਉਹਨਾਂ ਸਭ ਨੂੰ ਇਗਨੋਰ ਕਰਕੇ ਜੋ ਕੁਝ ਕੀਤਾ ਗਿਆ, ਔਰ ਉਹਦੇ ਬਾਅਦ ਬਰਨਾਲਾ ਸਰਕਾਰ ਵੱਲੋਂ ਲਗਾਤਾਰ ਜੋ ਕੰਮ ਕੀਤੇ ਗਏ ਉਹ ਹੋਰ ਉਹਨੇ ਜਲੇ ਤੇ ਨਮਕ ਛਿੜਕਣ ਵਾਲੀ ਗੱਲ, ਬੜਾ ਇੱਕ ਛੋਟਾ ਜਿਹਾ ਪਹਿਲੀ ਇਹਨਾਂ ਦੀ ਮੰਗ ਸੀਗੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣੇ। ਹੁਣ ਲੌਂਗੋਵਾਲ ਸਾਹਿਬ ਜਦੋਂ ਸਮਝੌਤਾ ਕਰ ਰਹੇ ਆ ਉਹਦੇ 'ਚ ਇਹ ਨਹੀਂ ਲਿਖਿਆ ਕਿ ਐਕਟ ਬਣੇਗਾ, ਉਹਦੇ 'ਚ ਲਿਖਿਆ ਕਿ ਸਰਕਾਰ ਐਕਟ ਬਣਾਉਣ ਬਾਰੇ ਵਿਚਾਰ ਦੇ ਉੱਤੇ ਵਿਚਾਰ ਕਰੇਗੀ, ਇਹ ਵਿਚਾਰ ਕਰੇਗੀ। ਯਾਨੀ ਇਹ ਕੀ ਇਹ ਮੰਗ ਮੰਨੀ ਗਈ ਹੈਗੀ ਆ। ਫਿਰ ਦੂਜੀ ਗੱਲ, ਜਿਹੜਾ ਇੰਨਾ ਨੁਕਸਾਨ ਹੋਇਆ 84 ਦੇ ਵਿੱਚ ਹੋਇਆ, ਇਤਨਾ ਕਤਲੇਆਮ ਹੋਇਆ, ਉਹਦੇ 'ਚ ਲੌਂਗੋਵਾਲ ਖੁਦ ਸਾਈਨ ਕਰਕੇ ਦੇ ਰਹੇ ਆ ਕਿ ਇਹ ਜਿਹੜੇ ਦੰਗੇ ਹੋਏ ਆ, ਕੀ ਇਹ ਦੰਗੇ ਸੀ? ਇਹਨੂੰ ਦੰਗੇ ਕਿਹਾ ਜਾਏਗਾ? ਦੰਗੇ ਤੇ ਦੋ ਧਿਰਾਂ ਕਰਦੀਆਂ, ਮਗਰ ਹੁਣ ਦੇਖੋ ਲੌਂਗੋਵਾਲ ਦੇ ਸਿਗਨੇਚਰ ਕਰਕੇ ਕੀਤਾ ਜਾ ਰਿਹਾ। ਮਤਲਬ ਹਰ ਚੀਜ਼ ਜਿਹੜੀ ਹੈਗੀ ਹੈ ਉਹ ਕਾਇਮ ਰੱਖੀ ਗਈ ਔਰ ਇਹਨਾਂ ਦੇ ਕੋਲੋਂ ਲਿਖਵਾਇਆ ਗਿਆ। ਫਿਰ ਤੀਜੀ ਗੱਲ, ਜੇ ਅਗਰ ਇਹ ਸੀਗਾ ਨਾਰਮਲਾਈਜ਼ ਦਾ, ਫਿਰ ਟੋੜਾ ਸਾਹਿਬ ਨੂੰ 1000 ਕਰੋੜ ਦਾ ਮੁਕੱਦਮਾ ਦਾਇਰ ਕਰਨ ਦੀ ਲੋੜ ਨਹੀਂ ਸੀ ਪੈਣੀ। ਫਿਰ ਜਿਹੜੀ ਫੌਜੀਆਂ ਦੀ ਭਰਤੀ ਦੀ ਬਰਕਰਾਰ ਉਹ ਛੱਡ ਦਿੱਤੀ ਗਈ। ਫਿਰ ਨਾ ਜਿਹੜਾ ਸੀਗਾ ਕਿ ਸਿਰਫ ਉਹਦੇ ਵਿੱਚ ਜਿਹੜਾ ਨਹੀਂ ਕੀਤਾ ਗਿਆ, ਜਿਹੜੀ ਐਮਰਜੈਂਸੀ ਲਗਾਈ ਗਈ, ਜਿਹੜੀਆਂ ਸਪੈਸ਼ਲ ਪਾਵਰਸ ਲਈਆਂ ਗਈਆਂ, ਉਹਨੂੰ ਨਹੀਂ ਹਟਾਇਆ ਗਿਆ, ਉਹਨੂੰ ਬਾਅਦ ਵਿੱਚ ਵੀਪੀ ਸਿੰਘ ਨੇ ਆ ਕੇ ਹਟਾਇਆ, ਜਿਹੜੀ ਕਨਸਟੀਟਿਊਸ਼ਨ ਅਮੈਂਡਮੈਂਟ ਹੈਗੀ ਹੈ। ਫਿਰ ਇਲਾਕਾਈ ਦਾਅਵੇ ਜਿਹੜੇ ਸੀਗੇ ਕਿ ਉਹ ਪੰਜਾਬ ਦੀ ਮੰਗਾਂ ਸੀ, ਜਿਹੜੇ ਪੰਜਾਬੀ ਇਲਾਕੇ ਸ਼ਾਮਲ ਕਰਨ ਦੀ, ਇਸ ਐਕਟ ਨੇ ਸਾਰੇ ਖਤਮ ਕਰ ਦਿੱਤੇ। ਸਿਰਫ ਉਹ ਚੰਡੀਗੜ੍ਹ ਤੇ ਹਰਿਆਣੇ ਦੇ ਨਾਲ ਹੀ ਉਹਨੂੰ ਰੱਖ ਦਿੱਤਾ ਗਿਆ। ਉਸ ਦੇ ਇਲਾਵਾ ਜਿਹੜੇ ਇੱਕ ਕਮਿਸ਼ਨ ਹੋਰ ਬਣੇਗਾ, ਜਦੋਂ ਵੀ ਕਮਿਸ਼ਨ ਬਣਦਾ ਰਿਹਾ ਉਹਦਾ ਇਹੀ ਹੁੰਦਾ ਰਿਹਾ ਕਿ ਉਹ ਹਮੇਸ਼ਾ ਹੀ ਹੋਰ ਨੁਕਸਾਨ ਹੁੰਦਾ ਰਿਹਾ। ਹੁਣ ਦੂਜੀ ਗੱਲ, ਇਹਦੇ 'ਚ ਇੱਕ ਸੀਗਾ ਆਨੰਦਪੁਰ ਦਾ ਮਤਾ, ਜਿਹਨੂੰ ਤੁਸੀਂ ਵੀ ਕਿਹਾ ਕਿ ਅਹਿਮ ਮਤਾ ਸੀ, 2.5 ਲੱਖ ਬੰਦਿਆਂ ਨੂੰ ਸਹੁੰ ਚੁਕਾਈ ਗਈ ਅਕਾਲ ਤਖਤ ਸਾਹਿਬ ਦੇ ਉੱਤੇ ਲਿਆ ਕੇ। ਹੁਣ ਉਹ ਜਿਹੜਾ ਉਹਦੇ ਕਿਹਾ ਗਿਆ ਕਿ ਮੈਂ ਸੋ ਐਂਡ ਸੋ ਸਨ ਆਫ ਸੋ ਐਂਡ ਸੋ, ਮੈਂ ਆਨੰਦਪੁਰ ਦੇ ਮਤੇ ਲਈ ਆਪਣੀ ਜਾਨ ਕੁਰਬਾਨ ਕਰ ਦਾਂਗਾ। ਪਰ ਹੋਇਆ ਕੀ? ਉਸ ਮਤੇ ਦਾ ਕੀ ਹੋਇਆ? ਉਹ ਮਤੇ ਦੇ ਵਿੱਚ ਸਿੱਖਾਂ ਦੀ ਖੁਦਮੁਖਤਿਆਰੀ ਦੀ ਗੱਲ ਹੈ। ਉਹਦੇ ਵਿੱਚ ਇਹ ਹੈਗਾ ਇੱਕ ਐਸੇ ਦੇਸ਼ ਕਾਲ ਵਿਧਾਨ ਦੀ ਘੜਨਾ ਜਿਹਦੇ ਵਿੱਚ ਖਾਲਸਾ ਜੀ ਕੇ ਬੋਲਬਾਲੇ ਸੁਰੱਖਿਅਤ ਹੋਣ, ਇਹ ਉਹਦੀ ਮੰਗ ਸੀਗੀ। ਇਹ ਸਾਰੀਆਂ ਡਿਮਾਂਡ ਸੀਗੀਆਂ। ਉਹਦੇ ਵਿੱਚ ਸੀਗੀਆਂ ਕੇਂਦਰ ਦਾ ਦਖਲ ਜਿਹੜਾ ਹੈ ਉਹ ਸਿਰਫ 4 ਦੇ ਉੱਤੇ ਹੋਏ, ਸਹੀ ਮਾਇਨੇ ਦੇ ਵਿੱਚ ਫੈਡਰਲਿਜ਼ਮ ਜਾਂ ਸੰਘੀ ਸਰਕਾਰ ਹੋਏ। ਮਗਰ ਇਸ ਦੇ ਵਿੱਚ ਕੀ ਕਿਹਾ ਗਿਆ? ਹੁਣ ਤੁਸੀਂ ਇਹਨੂੰ ਐਗਰੀਮੈਂਟ ਕਹੋਗੇ, ਉਹਦੇ ਲਿਖਿਆ ਕਿ ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਕਮਿਊਨਲ ਨਹੀਂ ਹੈਗਾ, ਇਹ ਦੇਸ਼ ਦੇ ਹਿੱਤ ਵਿੱਚ। ਯਾਨੀ ਸਰਕਾਰ ਨਹੀਂ ਕਹਿ ਰਹੀ, ਐਗਰੀਮੈਂਟ ਨਹੀਂ ਹੋ ਰਿਹਾ, ਉਹਨਾਂ ਦੀ ਸਟੇਟਮੈਂਟ ਹੈਗੀ ਹੈ ਕਿ ਉਹ ਕਹਿ ਰਹੇ ਹੈ ਇਸ ਕਰਕੇ ਸਿਰਫ ਜਿਹੜੇ ਸੈਂਟਰ ਸਟੇਟ ਰਿਲੇਸ਼ਨ ਦਾ ਮਸਲਾ ਹੈ ਉਹ ਜਿਹੜਾ ਇੱਕ ਸਰਕਾਰੀਆ ਕਮਿਸ਼ਨ ਨੂੰ ਦਿੱਤਾ ਜਾਏਗਾ। ਫਿਰ ਦੂਜੀ ਗੱਲ ਜਿਹੜੀ ਹੈ, ਪਾਣੀ ਦੀ ਮੰਗ ਜਿਹੜੀ ਸੀ, ਸ਼ੁਰੂ ਤੋਂ ਇਹਨਾਂ ਦੀ ਡਿਮਾਂਡ ਸੀ ਕਿ ਰੈਪੇਰੀਅਨ ਪ੍ਰਿੰਸੀਪਲ ਤੇ ਹੋਏਗਾ। ਸ਼ੁਰੂ ਤੋਂ ਲੈ ਕੇ ਉਹਦੇ ਲਈ ਮੋਰਚਾ ਲੱਗਾ, ਜਿਹੜੀ ਐਜੀਟੇਸ਼ਨ ਹੋਈ, ਇਹਦੇ ਵਿੱਚ ਉਹਦੀ ਗੱਲ ਹੀ ਨਹੀਂ ਕੀਤੀ। ਕਹਿ ਦਿੱਤਾ ਗਿਆ ਜੀ ਕਿ ਜੋ ਰਾਜਸਥਾਨ ਦਾ ਹੱਕ ਹੈ, ਹਾਲਾਂ ਉਹ ਪਾਰਟੀ ਨਹੀਂ ਸੀ, ਉਹਦਾ ਵੀ ਹੱਕ ਰੱਖਿਆ, ਹਰਿਆਣੇ ਦਾ ਵੀ, ਔਰ ਜਿੰਨਾ ਮਿਲ ਰਿਹਾ ਉਹਨਾਂ ਹੋਏਗਾ। ਉਹਦੇ ਇਲਾਵਾ ਹੋਰ ਦੇਣਾ ਉਹ ਵੱਖਰੀ ਗੱਲ ਹੋਏਗੀ। ਨਾਲੇ ਲਿੰਕ ਕੈਨਾਲ ਜਿਹੜੀ ਹੈ ਉਹ ਬਣਾ ਕੇ ਦਿੱਤੀ ਜਾਏਗੀ ਅਗਸਤ 86 ਤੱਕ। ਲਾਵਾ ਸਾਹਿਬ, ਫਿਰ ਆਪਾਂ ਇਸ ਕਰਾਰ ਤੋਂ ਕੀ ਸਮਝੇ? ਅੱਜ ਵੀ ਜਦੋਂ ਦੇਖੋ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਆਪਾਂ ਦੇਖਾਂਗੇ ਅੱਜ ਅਕਾਲੀ ਦਲ ਵੀ ਉਹਨਾਂ ਨੂੰ ਕਮੈਮੋਰੇਟ ਕਰੇਗਾ, ਸਾਰੀਆਂ ਗੱਲਾਂ ਬਾਤਾਂ ਹੋਣਗੀਆਂ। ਵੱਡਾ ਸਵਾਲ ਕਿ ਇਹ ਲੀਡਰਾਂ ਨੂੰ ਕੀ ਮਿਲਿਆ? ਇਹ ਲੀਡਰ ਰਾਜੀਵ ਗਾਂਧੀ ਤੋਂ ਆਪਾਂ ਕੀ ਐਕਸਪੈਕਟ ਕਰ ਸਕਦੇ? ਰਾਜੀਵ ਗਾਂਧੀ ਨੂੰ ਕੀ ਮਿਲਿਆ, ਕੀ ਨਹੀਂ ਮਿਲਿਆ? ਲੇਕਿਨ ਸੰਤ ਹਰਚੰਦ ਸਿੰਘ ਲੌਂਗੋਵਾਲ ਕੀ ਗੇਨ ਕਰਨਾ ਚਾਹੁੰਦੇ ਸੀ ਤੁਹਾਡੇ ਹਿਸਾਬ ਨਾਲ, ਤੇ ਕੀ ਹਾਸਲ ਕਰ ਪਾਏ? ਰਾਜੀਵ ਲੌਂਗੋਵਾਲ ਨੂੰ ਉਹ ਮਿਲਿਆ ਜਿਹੜਾ ਕਿ ਉਸੇ ਵੇਲੇ ਭਾਰਤ ਸਰਕਾਰ ਨੇ ਉਹਨੂੰ ਇੱਕ ਮਸੀਹਾ ਡਿਕਲੇਅਰ ਕੀਤਾ, ਇੱਕ ਸੰਤ ਡਿਕਲੇਅਰ ਕੀਤਾ, ਔਰ ਉਹਨਾਂ ਦੀ ਡਾਕ ਟਿਕਟਾਂ ਜਾਰੀ ਕਰ ਦਿੱਤੀਆਂ। ਉਹ ਪੰਜਾਬ ਦੇ ਅਕਾਲੀਆਂ ਦੇ ਇੱਕ ਧੜੇ ਦਾ ਲੀਡਰ ਨਹੀਂ ਹੋ ਗਿਆ, ਹੁਣ ਉਹ ਪੂਰੇ ਭਾਰਤ ਵਾਸੀਆਂ ਦਾ ਲੀਡਰ ਬਣਾ ਦਿੱਤਾ। ਉਹਦਾ ਰੁਤਬਾ ਜਿਹੜਾ ਹੈਗਾ ਉਹ ਇਤਨਾ ਵੱਡਾ ਉਹਨੂੰ ਦੇ ਦਿੱਤਾ, ਉਹ ਸਾਰਾ ਜਿਹੜਾ ਉਹਨੂੰ ਕੀਤਾ ਗਿਆ। ਹੁਣ ਤੁਸੀਂ ਕਹੋਗੇ ਕਿ ਇਹਦੇ 'ਚ ਉਹਨੂੰ ਕੀ ਮਿਲਿਆ? ਮੈਨੂੰ ਯਾਦ ਹੈ ਮਾਨਕ ਸ਼ਾਹ ਜਦੋਂ 72 ਦੀ ਜੰਗ ਹੋਈ, 71-72 ਦੀ ਜਿਹੜੀ ਬੰਗਲਾਦੇਸ਼ ਦੀ, ਤੇ ਉਹਨਾਂ ਦਾ ਇੰਟਰਵਿਊ ਆਇਆ ਤੇ ਉਹਨਾਂ ਨੂੰ ਪੁੱਛਣ ਲੱਗੇ ਜੀ ਕਿ ਲੜੇ ਤੇ ਤੁਹਾਡੇ ਤੁਸੀਂ ਜਿਹੜਾ ਤੁਹਾਨੂੰ ਕਿਉਂ ਅਵਾਰਡ ਮਿਲਿਆ, ਤੁਹਾਨੂੰ ਕਿਉਂ ਅਵਾਰਡ ਦਿੱਤੇ ਗਏ? ਉਹ ਕਹਿਣ ਲੱਗੇ, ਕਹਿੰਦੇ ਜੀ ਮੈਂ ਇਸ ਲੜਾਈ ਡਰਿਆ ਨਹੀਂ। ਉਹ ਕਹਿੰਦੇ ਇਹ ਤੇ ਕੋਈ ਗੱਲ ਨਹੀਂ ਹੋਈ,
ਤੇ ਕਹਿੰਦੇ ਕਿ ਪਰ ਲੜੇ ਤੁਹਾਡੇ ਫੌਜੀ ਸੀ ਤੇ ਤੁਹਾਨੂੰ ਕਿਉਂ ਅਵਾਰਡ ਮਿਲ ਗਿਆ? ਉਹਦਾ ਜਵਾਬ ਸੀ ਮਾਨਕ ਸ਼ਾਹ ਦਾ, ਕਹਿੰਦੇ ਲੜਿਆ ਤੇ ਯਾਹਿਆ ਖਾਨ ਵੀ ਨਹੀਂ ਸੀ, ਉਹਦੇ ਫੌਜੀ ਸੀਗੇ। ਸੋ ਸਵਾਲ ਹੈ ਕਿ ਅਵਾਰਡ ਜਾਂ ਜਿਹੜਾ ਰਿਵਾਰਡ ਜਾਂ ਪਨਿਸ਼ਮੈਂਟ ਜਿਹੜੀ ਹੈ ਉਹ ਲੀਡਰ ਨੂੰ ਹੀ ਭੁਗਤਣੀ ਪੈਂਦੀ ਹੈ। ਲੌਂਗੋਵਾਲ ਨੂੰ ਇੱਕ ਬੜਾ ਵੱਡਾ ਭਾਰਤ ਵਰਸ਼ ਦਾ ਇੱਕ ਲੀਡਰ ਬਣਾ ਕੇ ਪੇਸ਼ ਕਰ ਦਿੱਤਾ ਗਿਆ, ਉਹਨਾਂ ਦੀਆਂ ਤਸਵੀਰਾਂ ਲਗਾਤੀਆਂ, ਡਾਕ ਟਿਕਟਾਂ ਨਿਕਲ ਗਈਆਂ, ਮਗਰ ਲੈਣ ਵਾਲੇ ਜਿਹੜੇ ਸੀਗੇ ਉਹ ਲੈ ਗਏ ਜਿਨ੍ਹਾਂ ਨੇ ਬੈਨੀਫਿਟ ਲੈਣਾ ਸੀਗਾ। ਇੱਕ ਮੈਨੂੰ ਯਾਦ ਆਉਂਦੀ ਹੈ, ਇੱਕ ਕਿਹਾ ਜਾਂਦਾ ਸੀਗਾ ਗਿਆਨੀ ਕਰਤਾਰ ਸਿੰਘ ਜਿਹਨੂੰ ਸਿੱਖਾਂ ਦਾ ਦਿਮਾਗ ਕਹਿੰਦੇ ਸੀਗੇ, ਉਹਦਾ ਇੱਕ ਵਾਰੀ ਇੱਕ ਲੈਕਚਰ ਸੀਗਾ। ਉਹ ਕਹਿੰਦਾ ਦੋ ਭਰਾ ਸੀਗੇ ਤੇ ਦੋਨੋਂ ਭਰਾਵਾਂ ਦਾ ਝਗੜਾ ਸੀਗਾ। ਵੱਡਾ ਭਰਾ ਥੋੜਾ ਚਲਾਕ ਸੀਗਾ, ਛੋਟਾ ਬਹੁਤ ਸਿੱਧਾ ਸੀਗਾ। ਉਹਨਾਂ ਕੋਲ ਇੱਕ ਮੱਝ ਸੀ, ਇੱਕ ਰਜਾਈ ਸੀਗੀ, ਤੇ ਵੱਡੇ ਭਰਾ ਨੇ ਸਮਝੌਤਾ ਕਰ ਲਿਆ ਛੋਟੇ ਨਾਲ ਕਿ ਇਦਾਂ ਹੈਗਾ ਕਿ ਇਹ ਦਿਨ ਵੇਲੇ ਜਿਹੜੀ ਹੈ ਨਾ ਰਜਾਈ ਤੇਰੇ ਕੋਲ ਹੋਇਆ ਕਰੇਗੀ, ਰਾਤ ਵੇਲੇ ਮੇਰੇ ਕੋਲ ਹੋਇਆ ਕਰੇਗੀ। ਉਹ ਵਿਚਾਰਾ ਮੰਨ ਗਿਆ। ਨਾਲ ਦੂਜਾ ਕੀਤਾ ਕਿ ਮੱਝ ਦਾ ਜਿਹੜਾ ਅਗਲਾ ਹਿੱਸਾ ਹੈ ਉਹ ਤੇਰਾ ਤੇ ਪਿਛਲਾ ਹਿੱਸਾ ਮੇਰਾ। ਉਹ ਕਰ ਲਿਆ। ਉਹ ਵਿਚਾਰਾ ਸਾਰਾ ਦਿਨ ਉਹਨੂੰ ਪੱਠੇ ਖਵਾਏ, ਸ਼ਾਮ ਨੂੰ ਦੁੱਧ ਉਹ ਵੱਡਾ ਭਰਾ ਚੋ ਲਵੇ। ਉਹ ਦਿਨ ਭਰ ਉਹ ਰਜਾਈ ਸਾਂਭੇ, ਸ਼ਾਮ ਨੂੰ ਉਹ ਲੈ ਕੇ ਤੇ ਲੈ ਲਵੇ। ਉਹ ਕਹਿੰਦਾ ਮੇਰੇ ਕੋਲ ਆ ਗਿਆ ਕਿ ਹੁਣ ਇਹਦਾ ਕੀ ਕਰਾਂ? ਉਹਨੇ ਕਿਹਾ ਕਿ ਤੂੰ ਇਦਾਂ ਕਰ, ਮੱਝ ਦਾ ਅਗਲਾ ਹਿੱਸਾ ਤੇਰਾ, ਉਹਨੂੰ ਪੱਠੇ ਖਵਾ, ਸਭ ਕੁਝ ਕਰ, ਜਿਸ ਵੇਲੇ ਸ਼ਾਮ ਨੂੰ ਦੁੱਧ ਚੋਣ ਲੱਗੇ ਤੇ ਮੂੰਹ ਤੇ ਡੰਡਾ ਮਾਰੀ। ਉਹ ਰਜਾਈ ਦਾ ਕਹਿੰਦਾ ਤੂੰ ਇਦਾਂ ਕਰ, ਦਿਨੇ ਤੇਰੀ ਹੈ ਨਾ, ਸ਼ਾਮ ਵੇਲੇ ਉਹਨੂੰ ਤੂੰ ਪਾਣੀ ਸੇੜ ਦਿਆ ਕਰ, ਸ਼ਾਮੀ ਉਹਨੂੰ ਦੇ ਦਿਆ ਕਰ। ਉਹ ਕਹਿੰਦਾ 15 ਦਿਨਾਂ ਸਮਝੌਤਾ ਹੋ ਗਿਆ। ਪਰ ਇਸ ਤਰ੍ਹਾਂ ਦਾ ਸ਼ਾਇਦ ਕੋਈ ਆਗੂ ਨਹੀਂ ਸੀ ਜਿਹੜਾ ਪੰਜਾਬ ਦੇ ਹਿੱਤਾਂ ਨੂੰ, ਸਿੱਖਾਂ ਦੇ ਹਿੱਤਾਂ ਨੂੰ ਉਹ ਕਰਕੇ ਸਾਡੀ ਜਿਹੜੀ ਤਰਾਸਦੀ ਸੀ, ਟ੍ਰੈਜੇਡੀ ਸੀ, ਸਭ ਤੋਂ ਵੱਡਾ ਨੁਕਸਾਨ ਹੋਇਆ। ਜਿਹੜੇ ਉਹ ਮੇਨ ਸਟ੍ਰੀਮ ਵਿੱਚ ਆ ਸਕਦੇ ਸੀ ਉਹ ਰੁਕਾਵਟ ਪੈ ਗਈ ਬਹੁਤ ਵੱਡੀ, ਜਿਹਨੂੰ ਕਿਹਾ ਜਾਏ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਇੱਥੇ ਇੱਕ ਜਾਂਦੇ ਜਾਂਦੇ ਲਾਵਾ ਸਾਹਿਬ ਇਹ ਵੀ ਸਮਝਣਾ ਚਾਹਾਂਗਾ ਕਿ ਸੰਤ ਲੌਂਗੋਵਾਲ ਦਾ ਜਿਹੜਾ ਕਿਰਦਾਰ ਕਿ ਇਸ ਕਰਾਰ ਦੇ ਜ਼ਰੀਏ ਜੋ ਉਹਨਾਂ ਦੀ ਸ਼ਖਸੀਅਤ ਉਭਰੀ, ਉਹਨੂੰ ਤੁਸੀਂ ਪੰਜਾਬ ਦੇ ਹੋਰ ਅਕਾਲੀ ਲੀਡਰਾਂ ਦੇ ਮੁਕਾਬਲੇ ਕਿਵੇਂ ਵੇਖਦੇ ਹੋ? ਕਿਉਂਕਿ ਇਹ ਮੰਨਿਆ ਗਿਆ ਵੀ ਉਹਨਾਂ ਤੋਂ ਪਹਿਲਾਂ ਵੀ ਇੱਕ ਬਹੁਤ ਹੀ ਲੰਬੀ ਚੌੜੀ ਸੀਰੀਜ਼ ਆਫ ਲੀਡਰ ਸੀ, ਦੋਵੇਂ ਪਾਰਟੀਆਂ ਸੀ, ਅਕਾਲੀ ਦਲ ਵਿੱਚ ਵੀ, ਕਾਂਗਰਸ ਦੇ ਵਿੱਚ ਵੀ ਸੀ, ਜਿਨ੍ਹਾਂ ਨੇ ਬੜੇ ਵੱਡੇ ਕੰਪਰੋਮਾਈਜ਼ ਕੀਤੇ ਤੇ ਕੇਂਦਰ ਸਰਕਾਰਾਂ ਦੇ ਸਾਹਮਣੇ ਜਾ ਕੇ ਪੰਜਾਬ ਦੇ ਲੀਡਰਾਂ ਦੇ ਜਿਹੜੇ ਆਪਣੇ ਮਫਾਦ ਹੁੰਦੇ ਸੀ, ਵਿਅਕਤੀਗਤ ਉਹਨਾਂ ਨੂੰ ਜਿਹੜੇ ਅਹੁਦੇ ਦਿੱਤੇ ਜਾਂਦੇ ਸੀ ਜਾਂ ਉਹਨਾਂ ਨੂੰ ਕੋਈ ਵੀ ਇਹੋ ਜਿਹੇ ਲਾਭ ਦਿਖਾਏ ਜਾਂਦੇ ਸੀ, ਪੰਜਾਬ ਦੇ ਹਿੱਤਾਂ ਨੂੰ ਕੰਪਰੋਮਾਈਜ਼ ਕਰਕੇ ਆਉਂਦੇ ਰਹੇ ਤੇ ਇਹੀ ਅੱਜ ਤੱਕ ਹੁੰਦਾ ਆਇਆ ਹੈ। ਇਹਦੇ ਤੇ ਨਾ ਅਗਰ ਜੇ ਤੁਸੀਂ ਸਾਰੇ ਦੇਖੋਗੇ ਸ਼ੁਰੂ ਤੋਂ ਲੈ ਕੇ, ਇਹ ਬੜੀ ਚੰਗੀ ਗੱਲ ਹੈ, ਸ਼੍ਰੋਮਣੀ ਕਮੇਟੀ ਦਾ 100 ਸਾਲਾ ਮਨਾਇਆ ਜਾ ਰਿਹਾ, ਇਹਨਾਂ ਦੇ ਮਤਿਆਂ ਦੀਆਂ ਕਾਪੀਆਂ ਹੈਗੀਆਂ, ਹਰ ਮੀਟਿੰਗ ਦੇ ਬਾਅਦ ਡਾਇਲਿਊਟ ਹੀ ਹੁੰਦਾ ਰਿਹਾ। ਪਰ ਐਤਕੀ ਹਾਲਾਤ ਇੰਨੇ ਵਾਇਲੈਂਟ ਸੀਗੇ, ਇੰਨਾ ਜ਼ਿਆਦਾ ਸੀ, ਜਿਹਨੂੰ ਖੁਦ ਕਹਿੰਦੇ ਆ ਕਿ ਜਿਹੜੀ ਜੰਗੀ ਮਾਹੌਲ ਸੀਗਾ, ਇਸ ਦੇ ਵਿੱਚ ਜਿਹੜਾ ਸਮਝੌਤਾ ਕਰਨਾ ਇਹ ਕੋਈ ਮਾਮੂਲੀ ਗੱਲ ਨਹੀਂ ਸੀ। ਇਸ ਤੋਂ ਪਹਿਲੇ ਨਾਰਮਲ ਹੁੰਦਾ ਸੀਗਾ, ਚਲੋ ਇੱਕ ਨੂੰ ਹਟਾਤਾ, ਦੂਜੇ ਨੂੰ ਬਣਾਤਾ, ਦੂਜੇ ਨੂੰ ਕਰ ਦਿੱਤਾ, ਇਹਨੂੰ ਕਰ ਦਿੱਤਾ। ਐਤਕੀ ਸਿਰਫ ਜਿਹੜੀ ਗੱਲ ਇੱਥੇ ਤੱਕ ਨਹੀਂ ਸੀ, ਕਿਉਂਕਿ ਬਹੁਤ ਜ਼ਿਆਦਾ ਖੂਨ ਪੰਜਾਬੀਆਂ ਦਾ ਡੁੱਲਿਆ ਸੀ, ਬਹੁਤ ਜ਼ਿਆਦਾ ਐਸੇ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ, ਹੋਰ ਸਾਰਾ ਕੁਝ ਹੋਇਆ, ਇਸ ਕਰਕੇ ਇਹ ਨਾਰਮਲ ਸਮਝੌਤਾ ਨਹੀਂ ਸੀ। ਪਹਿਲੀਆਂ ਜਿਹੜੀਆਂ ਗਲਤੀਆਂ ਸੀ ਉਹ ਸਿਰਫ ਇੱਕ ਖੁਦਗਰਜ਼ੀ ਤੱਕ ਜਾਂ ਗਦਾਰੀ ਤੱਕ ਸੀ, ਪਰ ਐਤਕੀ ਜਿਹੜਾ ਸੀਗਾ ਇਹ ਬਹੁਤ ਵੱਡੀ ਗੱਲ ਕੀਤੀ ਗਈ ਕਿ ਇਹਦੇ ਵਿੱਚ ਨਾ ਪੰਥ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ, ਪੰਜਾਬ ਦੇ ਹਿੱਤਾਂ ਨੂੰ ਵੇਚ ਦਿੱਤਾ ਗਿਆ। ਇਸ ਕਰਕੇ ਪਹਿਲੀ ਗੱਲ ਹੋਰ ਸੀ, ਔਰ ਫਿਰ ਜਦੋਂ ਚੁੱਪ-ਚਪੀਤੇ ਕੀਤਾ ਗਿਆ, ਵਿੱਚ ਕੋਈ ਸ਼ਾਮਲ ਨਹੀਂ ਹੋਇਆ, ਉਹ ਪਹਿਲੀਆਂ ਗੱਲਾਂ ਜਿਹੜੀਆਂ ਕਿਸੇ ਹੋਰ ਕਿਸਮ ਦੀਆਂ ਸੀਗੀਆਂ। ਐਤਕੀ ਮਾਹੌਲ ਬਿਲਕੁਲ ਬਦਲਿਆ ਹੋਇਆ ਸੀ। ਇਹ ਜਿਹੜਾ ਮਾਹੌਲ ਤੁਸੀਂ ਕਹਿ ਲਓ ਕਿ ਬੈਟਲਫੀਲਡ ਦਾ ਜਿਵੇਂ ਹੁੰਦਾ ਹੈਗਾ, ਉਸ ਦੌਰਾਨ ਇਹ ਸਮਝੌਤਾ ਕੀਤਾ ਗਿਆ ਜੀ। उसी सामना पर कीमत भी अपनी जान दे के ही चुकानी पड़ी। लेकिन हिस्ट्री विल ऑलवेज रिमेंबर संत हरचंद सिंह लौंगोवाल ਸਲਾਈਟਲੀ ਮੋਰ ਕਾਈਂਡਲੀ, ਜਾਂ ਫਿਰ ਜਿਵੇਂ ਜੋ ਗੱਲਾਂ ਤੁਸੀਂ ਆਪਾਂ ਹਮੇਸ਼ਾ ਕਰਦੇ ਹਾਂ ਜਦੋਂ ਚੀਜ਼ਾਂ ਨੂੰ ਐਨਲਾਈਜ਼ ਵਿਸਤਾਰ ਦੇ ਵਿੱਚ ਕੀਤਾ ਜਾਂਦਾ ਹੈ, ਉਂਝ ਠੀਕ ਹੈ ਵੀ ਹਰ ਸਾਲ ਉਹਨਾਂ ਦੀ ਬਰਸੀ ਮਨਾਉਣਾ ਇੱਕ ਵੱਖਰਾ ਸਬਬ ਹੁੰਦਾ ਹੈ, ਇੱਕ ਵੱਖਰੇ ਤਰੀਕੇ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਸ਼ਰਧਾਂਜਲੀਆਂ ਵੀ ਦਿੱਤੀਆਂ ਜਾਂਦੀਆਂ ਨੇ, ਜਿਹੜਾ ਵੀ ਉਹਨਾਂ ਦਾ ਕੰਟਰੀਬਿਊਸ਼ਨ ਰਿਹਾ ਉਸ ਨੂੰ ਪੋਜ਼ਿਟਿਵਲੀ ਵੀ ਰਿਮੈਂਬਰ ਕੀਤਾ ਜਾਂਦਾ ਹੈ। ਲੇਕਿਨ ਜੇ ਗਹਿਰਾਈ ਦੇ ਵਿੱਚ ਜਾ ਕੇ ਦੇਖਿਆ ਜਾਵੇ, ਸਮਝਿਆ ਜਾਵੇ, ਤਾਂ ਇੱਕ ਚੰਗਾ ਜਿਹੜਾ ਪੱਖ ਹੈ ਉਹਨਾਂ ਦਾ ਨਹੀਂ ਉੱਭਰ ਕੇ ਆ ਪਾਉਂਦਾ, ਡਿਸਪਾਈਟ ਦਾ ਫੈਕਟ ਕਿ ਉਹ ਖੁਦ ਇੱਕ ਬਹੁਤ ਧਾਰਮਿਕ ਸ਼ਖਸੀਅਤ ਸੀ, ਇੱਕ ਮੋਡਰੇਟ ਸ਼ਖਸੀਅਤ ਸੀ, ਜੋ ਕਿ ਇੱਕ ਆਈਡੀਅਲ ਸ਼ਖਸੀਅਤ ਵੀ ਸੀ ਭਾਰਤ ਸਰਕਾਰ ਤੇ ਦੇਸ਼ ਦੇ ਮਾਹੌਲ ਨੂੰ ਹੋਰ ਸੁਖਾਵਾਂ ਕਰਨ ਦੇ ਪੱਖੋਂ। ਲੇਕਿਨ ਉਹਨਾਂ ਨੇ ਵੀ ਕਿਉਂਕਿ ਉਹ ਕਦਰਾਂ ਕੀਮਤਾਂ ਦੇ ਉੱਤੇ ਉਹ ਖੜੇ ਨਹੀਂ ਹੋਏ, ਪਹਿਰਾ ਨਹੀਂ ਦਿੱਤਾ, ਪਲੱਸ ਇਸ ਤਰੀਕੇ ਨਾਲ ਇੱਕ ਕਰਾਰ ਕੀਤਾ ਜੋ ਕਿ ਪੰਜਾਬ ਦੇ ਹਿੱਤ ਵਿੱਚ ਨਹੀਂ ਸੀ, ਸੋ ਇਸ ਵਾਸਤੇ ਉਹਨਾਂ ਨੂੰ ਹਮੇਸ਼ਾ ਡਿਸਕ੍ਰੈਡਿਟ ਹੀ ਹੁੰਦਾ ਹੋਇਆ ਇਸ ਵਿਸ਼ੇ ਤੇ ਆਪਾਂ ਵੇਖਿਆ। ਇਹਨੂੰ ਦੋ ਕਿਸਮ ਦਾ ਇਹਦੇ ਚ ਲਿਆ ਜਾਏਗਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਰ ਨਿੱਜੀ ਸ਼ਖਸੀਅਤ ਹੈ, ਇੱਕ ਸ਼ਰੀਫ ਇਨਸਾਨ ਦੀ ਔਰ ਇੱਕ ਗੁਰਸਿੱਖ ਇਨਸਾਨ ਦੀ ਸ਼ਖਸੀਅਤ ਦੇ ਤੌਰ ਤੇ ਉਭਰੀ ਹੈ, ਪਰ
ਪਿੰਡ ਦਾ ਇੱਕ ਬਜ਼ੁਰਗ ਜਿਹੜਾ ਹੈ ਉਹ ਬੜਾ ਇਮਾਨਦਾਰ, ਬਹੁਤ ਸ਼ਰੀਫ ਹੋ ਸਕਦਾ ਹੈ, ਪਰ ਉਸ ਨੂੰ ਕੌਮ ਦੀ ਅਗਵਾਈ ਜਿਹੜੀ ਕਰਨੀ ਹੈਗੀ ਹੈ ਉਹ ਕੁਆਲੀਫਿਕੇਸ਼ਨ ਹੋਰ ਹੁੰਦੀ ਹੈਗੀ ਹੈ। ਸੋ ਜਿਵੇਂ ਕਿਸੇ ਨੇ ਵਕੀਲ ਨੂੰ ਕਿਹਾ ਨਾ, ਇਫ ਯੂ ਵਾਂਟ ਮਾਈ ਓਨੈਸਟ ਓਪੀਨੀਅਨ, ਉਹ ਕਹਿੰਦਾ ਨੋ ਨੋ ਆਈ ਵਾਂਟ ਯੂਰ ਪ੍ਰੋਫੈਸ਼ਨਲ ਓਪੀਨੀਅਨ। ਜਿਹੜਾ ਕੌਮ ਦਾ ਲੀਡਰ ਹੈ ਉਹ ਖਰਾਂਟ ਚਾਹੀਦਾ ਹੈਗਾ, ਜਿਹੜਾ ਸ਼ਰੂਡ ਚਾਹੀਦਾ ਹੈ, ਮੈਕੇਵਿਲੀਅਨ ਵਰਗਾ ਚਾਹੀਦਾ ਹੈ, ਚਾਣਕਿਆ ਵਰਗਾ ਚਾਹੀਦਾ ਹੈ। ਉਹ ਕੇਵਲ ਸ਼ਰਾਫਤ ਹੋਣੀ ਕੋਈ ਵੱਡੀ ਨਹੀਂ ਹੈਗੀ। ਦੂਜੀ ਗੱਲ, ਜਿਹੜੇ ਕਿ ਉਹਨਾਂ ਨੂੰ ਹਰ ਸਾਲ ਯਾਦ ਕੀਤਾ ਜਾਏਗਾ, ਮੈਨੂੰ ਉਹਦੀਆਂ ਉਹ ਸ਼ਾਇਦ ਆਸਾ ਸਿੰਘ ਮਸਤਾਨਾ ਦੀਆਂ ਲਾਈਨਾਂ ਯਾਦ ਆਉਂਦੀਆਂ, ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ, ਮੇਰੇ ਯਾਰ ਸਭ ਹੁਮਾ ਕੇ ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ, ਇਹ ਵੱਖਰੀ ਇਹ ਗੱਲ ਮੁਸਕਰਾ ਕੇ ਚੱਲਣਗੇ। ਭਾਵੇਂ ਕੋਈ ਕਿੱਦਾਂ ਹੋਏ, ਉੱਥੇ ਜਾ ਕੇ ਤਾਂ ਭਾਵੇਂ ਲਫ਼ਜ਼ੀ ਹੋਏ, ਉਹ ਕਹੇਗਾ ਜੀ ਬੜਾ ਅਫਸੋਸ ਹੋਇਆ ਹੈ। ਬਹਿਰਹਾਲ ਲਾਮਾ ਸਾਹਿਬ ਬਹੁਤ ਬਹੁਤ ਧੰਨਵਾਦ ਇਸ ਵਿਸ਼ੇ ਉੱਤੇ ਚਰਚਾ ਕਰਨ ਲਈ, ਸਾਡੇ ਦਰਸ਼ਕਾਂ ਨੂੰ ਆਪਣੇ ਜੀਵਨ ਜਾਣੂ ਕਰਾਉਣ ਲਈ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ, ਸ਼ੁਕਰੀਆ।